जिन्हां दे परथाए असीं अमृत वचन पढ़दे सुणदे हां। कल ताਰਨ गुरु नानक आया। गुरु नानक साहब जी का आना साडे वर्गे कलयुगी जीवां दे उधार वास्ते है। ते सतगुरु महाराज जी ਵੱਖ-ਵੱਖ इलाकिਆਂ ਵਿੱਚ ਭੁੱਲੀਆਂ ਹੋਇਆਂ ਭਟਕੀਆਂ ਹੋਇਆਂ ਦਾ ਉਧਾਰ ਕਰਦਿਆਂ ਹੋਇਆਂ ਸਮੇਰ ਪਰਬਤ ਵੱਲ ਨੂੰ ਚਾਲੇ ਪਾਏ ਹਨ। ਜੋ ਇੱਥੇ ਸਿੱਧ ਮੰਡਲੀ ਹੈ ਜਿਨ੍ਹਾਂ ਦਾ ਗੁਰੂ ਗੋਰਖਨਾਥ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਸਮਝ ਆ ਗਈ ਕਿ ਇਹ ਬੜੇ ਕਲਾਵਾਨ ਨੇ, ਇਹ ਹਰ ਇੱਕ ਤਾਕਤ ਦੇ ਬਲ ਦੇ ਸਮਰੱਥ ਨੇ, ਤੇ ਜੇ ਕਿਤੇ ਇਹ ਯੋਗ ਮਤ ਨੂੰ ਧਾਰਨ ਕਰ ਲੈਣ ਤੇ ਗੋਰਖਨਾਥ ਸੋਚਦਾ ਵੀ ਮੇਰਾ ਬੋਲ ਬਾਲਾ ਹੋ ਜਾਏਗਾ, ਮੇਰੇ ਯੋਗ ਮਤ ਦੇ ਵਿੱਚ ਵਾਧਾ ਹੋ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਚੇਲਾ ਬਣਾਉਣ ਵਾਸਤੇ ਆਪਣੇ ਵੱਖ-ਵੱਖ ਸਿੱਧ ਜੋਗੀ ਭੇਜ ਰਿਹਾ ਹੈ ਵੀ ਕਿਸੇ ਵੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਅੱਗੇ ਲਿਆਓ ਤੇ ਮੇਰੇ ਅੱਗੇ ਝੁਕਾ ਦਿਓ। ਪਰ ਜਿੰਨੇ ਵੀ ਇਹ ਹੰਕਾਰ ਦੇ ਨਾਲ ਭਰੇ ਹੋਏ ਆ ਰਹੇ ਨੇ, ਆਉਂਦੇ ਤਾਂ ਹੰਕਾਰ ਦੇ ਨਾਲ ਭਰੇ ਨੇ, ਪਰ ਜਦੋਂ ਵਾਪਸ ਜਾਂਦੇ ਨੇ ਤੇ ਨਿਮਰਤਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਝੁਕਾਉਣ ਵਾਸਤੇ ਆਉਂਦੇ ਨੇ, ਪਰ ਆਪ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕ ਕੇ ਵਾਪਸ ਜਾਂਦੇ ਨੇ। ਇਹ ਸੋਚਦੇ ਨੇ ਸਾਡੀ ਕਮਾਈ ਵੱਡੀ ਹੈ, ਸਾਡਾ ਅਭਿਆਸ ਵੱਡਾ ਹੈ, ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆਉਂਦੇ ਨੇ ਪਤਾ ਲੱਗਦਾ ਹੈ ਧੰਨ ਨਾਨਕ ਤੇਰੀ ਵੱਡੀ ਕਮਾਈ, ਵੀ ਸਾਡੀ ਕਮਾਈ ਉਨੀ ਵੱਡੀ ਨਹੀਂ ਹੈ ਜਿੰਨੀ ਤੁਹਾਡੀ ਕਮਾਈ ਵੱਡੀ ਹੈ। ਵੱਖ-ਵੱਖ ਰੂਪ ਦੇ ਵਿੱਚ ਜੋਗੀ ਆਏ ਨੇ। ਕਨੀਫਾ ਨਾਮ ਦਾ ਜੋਗੀ ਆਇਆ, ਹਨੀਫਾ ਨਾਮ ਦਾ ਜੋਗੀ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੇ ਬਾਰੇ ਵੀ ਦੱਸਿਆ ਔਰ ਇਹਨਾਂ ਦਾ ਪਿਛੋਕੜ ਵੀ ਦੱਸਿਆ ਕਿ ਕਿਸ ਤਰ੍ਹਾਂ ਤੁਹਾਡੇ ਪਿਤਾ ਨੇ ਯੋਗ ਮਤ ਧਾਰਨ ਕੀਤਾ, ਗੋਰਖਨਾਥ ਨੇ ਕਿਸ ਤਰ੍ਹਾਂ ਤੁਹਾਡੇ ਪਿਤਾ ਔਰ ਤੇਰੇ ਕੰਨਾਂ ਦੇ ਵਿੱਚ ਇਹ ਮੁੰਦਰਾਂ ਪਵਾਈਆਂ, ਕਿਸ ਤਰ੍ਹਾਂ ਪਰਿਵਾਰ ਤੋਂ ਸੰਸਾਰ ਤੋਂ ਤੁਹਾਨੂੰ ਅਲੱਗ ਕਰਕੇ ਤੁਹਾਡੇ ਤਨ ਉੱਤੇ ਇੱਕ ਕੁੱਦੀ ਮਲ ਦਿੱਤੀ, ਸੰਸਾਰ ਦਾ ਤਿਆਗ ਕਰਕੇ ਗ੍ਰਸਤ ਨੂੰ ਛੱਡ ਕੇ ਫਿਰ ਦੁਬਾਰਾ ਗ੍ਰਸਤੀਆਂ ਅੱਗੇ ਮੰਗਣ ਲਈ ਕਿਵੇਂ ਤੁਹਾਨੂੰ ਤਿਆਰ ਕੀਤਾ। ਜਦੋਂ ਸਾਰੀਆਂ ਗੱਲਾਂ ਗੁਰੂ ਮਹਾਰਾਜ ਨੇ ਹਨੀਫਾ ਨੂੰ ਸੁਣਾਈਆਂ ਨੇ, ਇਹ ਸੁਣ ਕੇ ਬੜਾ ਹੈਰਾਨ ਹੋ ਗਿਆ ਵੀ ਵਾਕਈ ਗੁਰੂ ਨਾਨਕ ਸਾਹਿਬ ਜੀ ਸਰਬ ਕਲਾ ਗਿਆਤਾ ਨੇ, ਇਹ ਸਰਬੱਗਿਆ ਹਨ, ਸਾਰਾ ਗਿਆਨ ਰੱਖਣ ਵਾਲੇ, ਜਿਨ੍ਹਾਂ ਨੂੰ ਮੇਰੇ ਨਾਮ ਦਾ ਵੀ ਪਤਾ ਹੈ, ਮੇਰੇ ਪਿਤਾ ਦਾ ਵੀ ਪਤਾ ਹੈ, ਔਰ ਅਸੀਂ ਇਸ ਕਾਰਨ ਕਰਕੇ ਯੋਗ ਮਤ ਧਾਰਨ ਕੀਤਾ, ਉਹ ਸਾਰਾ ਕੁਝ ਹੀ ਜਾਣਦੇ ਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦਾ ਸਾਰਾ ਜੀਵਨ ਇਹਨੂੰ ਦੱਸਿਆ, ਸੁਣ ਕੇ ਹੈਰਾਨ ਹੁੰਦਾ ਹੈ। ਅਗਲੇਰੇ ਇਤਿਹਾਸ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਐਸੇ ਸੁਣ ਬੈਨ ਗੁਣ ਐਨ ਪੁਨ ਚੈਨਮੰਦ ਵਧੇਗਤ ਧਨ ਪਨ ਤਿਨੋਂ ਦੀ ਸੁਣਾਏ ਕੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਤਰ੍ਹਾਂ ਗਿਆਨ ਨਾਲ ਭਰਪੂਰ ਬਚਨ ਸੁਣੇ ਨੇ, ਤੇ ਹਨੀਫਾ ਜਿਹੜਾ ਸੀ ਆਇਆ ਤੇ ਹੰਕਾਰ ਦੇ ਨਾਲ ਭਰਿਆ ਸੀ, ਪਰ ਹੁਣ ਇਹ ਦੀਨ ਬਣ ਗਿਆ। ਮਨ ਇਹਦਾ ਜਿਹੜਾ ਸੀ ਉਹ ਨੀਵਾਂ ਹੋ ਗਿਆ, ਕਿਉਂਕਿ ਅੰਦਰੋਂ ਹੋਮੇ ਦੀ ਹੰਕਾਰ ਦੀ ਹਵਾ ਗੁਰੂ ਸਾਹਿਬ ਮਹਾਰਾਜ ਨੇ ਕੱਢ ਦਿੱਤੀ। ਹੰਕਾਰ ਕੀ ਹੈ? ਇੱਕ ਹਵਾ ਹੈ ਜਿਹਦੇ ਅੰਦਰ ਇਹ ਹੋਮੇ ਦਾ ਗੁਬਾਰ ਹੋਵੇ, ਉਹਦੇ ਪੈਰ ਜ਼ਮੀਨ ਤੇ ਲੱਗਦੇ ਨਹੀਂ, ਉਹਤੇ ਉਡਾਰੀਆਂ ਮਾਰਦਾ ਹੈ। ਜਿਵੇਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਜਿਵੇਂ ਬਲੂਨ ਹੈ ਗੁਬਾਰਾ, ਉਹਦੇ ਵਿੱਚ ਗੈਸੀ ਹਵਾ ਭਰ ਦਿਓਗੇ, ਉਹ ਹੱਥਾਂ ਤੋਂ ਛੁੱਟ ਕੇ ਆਸਮਾਨ ਨੂੰ ਜਾਂਦਾ ਹੈ, ਪਰ ਕਿੰਨਾ ਕੁ ਚਿਰ ਆਸਮਾਨ ਤੇ ਰਹਿੰਦਾ ਜਿੰਨਾ ਚਿਰ ਉਹਦੇ ਅੰਦਰ ਹਵਾ ਭਰੀ ਹੋਵੇ, ਪਰਤ ਕੇ ਆਉਂਦਾ ਫਿਰ ਜ਼ਮੀਨ ਤੇ ਹੀ ਹੈ। ਇਸੇ ਤਰ੍ਹਾਂ ਹੰਕਾਰ ਨਹੀਂ, ਇੱਕ ਅੰਦਰ ਗੁਬਾਰ ਹੈ ਹਵਾ ਦੀ ਤਰ੍ਹਾਂ, ਇਨਸਾਨ ਦੇ ਪੈਰ ਜ਼ਮੀਨ ਤੇ ਲੱਗਦੇ ਨਹੀਂ, ਉੱਚੀਆਂ ਉਡਾਰੀਆਂ ਮਾਰਦਾ, ਉੱਚੀਆਂ ਬੋਲੀਆਂ ਬੋਲਦਾ, ਪਰ ਜਦੋਂ ਇਹਦੇ ਅੰਦਰੋਂ ਹੰਕਾਰ ਨਿਕਲ ਜਾਏ ਫਿਰ ਇਹਨੂੰ ਨਿਰੰਕਾਰ ਦੀ ਸਮਝ ਆਉਂਦੀ ਹੈ। ਹੰਕਾਰ ਦੇ ਵਿੱਚ ਹੱਥ ਜੋੜ ਕੇ ਨਹੀਂ ਕਹਿੰਦਾ ਵੀ ਅਸਾਂ ਜ਼ੋਰ ਨਹੀਂ, ਹੰਕਾਰ 'ਚ ਤਾਂ ਕਹਿੰਦਾ ਮੇਰੇ ਵਿੱਚ ਹੀ ਜ਼ੋਰ ਹੈ, ਮੇਰੇ ਵਿੱਚ ਪਾਵਰ ਹੈ। ਪਰ ਜਦੋਂ ਹੰਕਾਰ ਨਿਕਲ ਜਾਏ ਫਿਰ ਹੱਥ ਜੁੜਦੇ ਨੇ, ਫਿਰ ਆਖਦਾ ਅਸਾਂ ਜ਼ੋਰ ਨਹੀਂ, ਜੇ ਕੁਛ ਕਰ ਹਮ ਸਾਕਿਆਂ ਜਿਉਂ ਭਾਵੈ ਤਿਵੇਂ ਬਖਸ਼, ਤੇ ਮਾਲਕ ਜੀ ਜਿਵੇਂ ਪਾਉਂਦਾ ਹੈ ਤਿਵੇਂ ਬਖਸ਼ ਦਿਓ। ਇਸ ਹਨੀਫਾ ਦੀ ਹਾਲਤ ਵੀ ਇਸੇ ਤਰ੍ਹਾਂ ਹੋਈ, ਇਹਦੇ ਮਨ ਨੂੰ ਟਿਕਾ ਆ ਗਿਆ, ਮਨ ਨੂੰ ਸਕੂਨ ਮਿਲਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਬਚਨ ਸੁਣੇ ਹਨ। ਹੀਨ ਨੇ ਜਾਨਕੀ ਨੋ ਮੇਰੇ ਕੋ ਗਿਆਨ ਨਿਕੇ ਬਚਨ ਬਖਾਨਰੇ ਦੇ ਸੁਖ ਪਾਏ ਕੇ। ਆਪਣੇ ਆਪ ਨੂੰ ਹੀਣ ਜਾਣਿਆ ਵੀ ਇਹਨਾਂ ਦੀ ਕਮਾਈ ਤਾਂ ਬਹੁਤ ਵੱਡੀ ਹੈ, ਇਹ ਗੋਰਖਨਾਥ ਅੱਗੇ ਨਹੀਂ ਝੁਕ ਸਕਦੇ ਤੇ ਨਾ ਹੀ ਕੋਈ ਇਹਨਾਂ ਨੂੰ ਝੁਕਾ ਸਕਦਾ ਹੈ। ਅੱਗੋਂ ਇਸ ਹਨੀਫਾ ਨਾਮ ਦੇ ਜੋਗੀ ਨੂੰ ਕੋਈ ਜਵਾਬ ਨਹੀਂ ਆਇਆ, ਕੋਈ ਸਵਾਲ ਨਹੀਂ। ਕਹਿੰਦੇ ਫਿਰ ਪਰਤ ਕੇ ਸੁਮੇਰ ਪਰਬਤ ਨੂੰ ਆਉਂਦਾ ਹੈ। ਗੋਰਖ ਕੇ ਗਡਾ ਜਾਏ ਕੇ ਉਸਤਤ ਕੀਨ ਬਖਾਨ। ਪਹੁੰਚ ਗਿਆ ਗੋਰਖਨਾਥ ਦੇ ਕੋਲ ਵਾਪਸ। ਜਦੋਂ ਕੋਈ ਸਵਾਲ ਕੋਈ ਜਵਾਬ ਨਾ ਆਇਆ, ਮਹਾਰਾਜ ਨੇ ਕੋਈ ਸ਼ੰਕਾ ਰਹਿਣੀ ਨਹੀਂ ਦਿੱਤੀ ਅੰਦਰ। ਜਦੋਂ ਅੰਦਰ ਸਾਰੀਆਂ ਸ਼ੰਕਾਵਾਂ ਮਿਟਾ ਦਿੱਤੀਆਂ, ਝੁੱਕ ਕੇ ਗੁਰੂ ਸਾਹਿਬ ਅੱਗੇ ਸੀਸ ਨਵਾ ਕੇ ਵਾਪਸ ਆ ਗਿਆ। ਵਾਪਸ ਆ ਕੇ ਗੁਰੂ ਗੋਰਖਨਾਥ ਬੜਾ ਖੁਸ਼ ਹੈ ਵੀ ਚਲੋ ਕੋਈ ਆਇਆ ਆ ਕੇ ਗੁਰੂ ਨਾਨਕ ਜੀ ਬਾਰੇ ਕਹੇਗਾ ਵੀ ਮੈਂ ਉਹਨਾਂ ਨੂੰ ਝੁਕਾ ਕੇ ਆਇਆ ਤੇ ਤੇਰੇ ਕੋਲ ਲੈ ਕੇ ਆਇਆ। ਪਰ ਇਹਨੇ ਵੀ ਆ ਕੇ ਕਹਿੰਦੇ ਨੇ ਗੁਰੂ ਨਾਨਕ ਜੀ ਦੀ ਉਸਤਤ ਕੀਤੀ, ਗੁਰੂ ਸਾਹਿਬ ਜੀ ਦੇ ਗੁਣ ਜਿਹੜੇ ਨੇ ਆ ਕੇ ਗਾਉਣ ਲੱਗ ਪਿਆ। ਕਲਾ ਬਾਨੇ ਸਰਬਕ ਸੋ ਮਹਿਮਾ ਜਾਏ ਮਹਾਨ। ਕਹਿੰਦੇ ਗੋਰਖਨਾਥ ਤੂੰ ਆਪਣੇ ਮਨ ਵਿੱਚੋਂ ਭਰਮ ਜਿਹੜਾ ਇਹ ਕੱਢ ਦੇ, ਖਤਮ ਕਰ ਦੇ। ਤੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਅੱਗੇ ਨਹੀਂ ਝੁਕਾ ਸਕੇਗਾ, ਕਿਉਂਕਿ ਉਹ ਸਰਬ ਗਿਆਨ ਦੇ ਨਾਲ ਭਰਪੂਰ ਨੇ, ਉਹ ਹਰ ਪ੍ਰਕਾਰ ਤੋਂ ਸਮਰੱਥ ਨੇ, ਕਲਾਵਾਨ ਨੇ, ਜਿਨ੍ਹਾਂ ਦੀ ਮਹਿਮਾ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਿੰਨੀ ਕੁ ਮਹਿਮਾ ਮੈਂ ਉਹਨਾਂ ਦੀ ਬਿਆਨ ਕਰਾਂ, ਜਿੰਨੀ ਕੁ ਮੈਨੂੰ ਸਮਝ ਆਈ ਹੈ ਉਸ ਮੁਤਾਬਕ ਉਹਨਾਂ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕੇਗਾ। ਗੋਰਖ ਭਲਾਈ ਸੇ ਤੇ ਭੂਤ ਵੇ ਸੁਣਾਏ ਕਹੇ ਤਾਕੋ ਸਮਝ ਆਏ ਉਪਦੇਸ਼ ਦੇ ਜਾਈਏ। ਉਹਨੇ ਫਿਰ ਇਹਨੂੰ ਵੀ ਚੁੱਪ ਕਰਾ ਦਿੱਤਾ। ਜਿਹੜਾ ਵਾਪਸ ਆ ਕੇ ਸੱਚ ਬੋਲਦਾ ਹੈ ਇਹ ਗੋਰਖਨਾਥ ਉਹਨੂੰ ਚੁੱਪ ਕਰਾ ਦਿੰਦਾ ਹੈ, ਕਿਉਂਕਿ ਸੱਚ ਇਹਨੂੰ ਹਜ਼ਮ ਨਹੀਂ ਹੋ ਰਿਹਾ ਤੇ ਨਾ ਇਹ ਸੱਚ ਸੁਣਨਾ ਚਾਹੁੰਦਾ ਹੈ। ਹੰਕਾਰ ਹੈ ਨਾ ਅੰਦਰ। ਜਦੋਂ ਹੰਕਾਰ ਹੋਵੇ ਤੇ ਕਿਸੇ ਦੂਜੇ ਦੀ ਵਡਿਆਈ ਸਿਫਤ ਨਹੀਂ ਸੁਣੀ ਜਾਂਦੀ, ਤੇ ਜੇ ਕੋਈ ਕਿਸੇ ਦੂਜੇ ਦੀ ਸਿਫਤ ਕਰਦਾ ਹੈ, ਵਡਿਆਈ ਕਰਦਾ, ਉਹਦੇ ਕੋਲੋਂ ਜਰਿਆ ਨਹੀਂ ਜਾਂਦਾ ਫਿਰ। ਇਸ ਲਈ ਗੋਰਖਨਾਥ ਨੇ ਇਹਨੂੰ ਵੀ ਚੁੱਪ ਕਰਵਾ ਦਿੱਤਾ ਤੇ ਆਖਿਆ ਵੀ ਭੂਤਵੇ ਨਾਮ ਦਾ ਇੱਕ ਜੋਗੀ ਹੈ, ਉਹਨੂੰ ਆਪਣੇ ਕੋਲ ਬੁਲਾਇਆ। ਗੋਰਖ ਬੁਲਾਏ ਸਿੱਧ ਭੂਤਵੇ ਸੁਣਾਏ। ਗੋਰਖਨਾਥ ਨੇ ਇਹਨੂੰ ਹਨੀਫਾ ਨੂੰ ਚੁੱਪ ਕਰਾ ਦਿੱਤਾ ਵੀ ਚੁੱਪ ਕਰਕੇ ਬੈਠ, ਤੇਰੇ ਬੋਲਣ ਨਾਲ ਬਾਕੀਆਂ ਨੂੰ ਵੀ ਫਰਕ ਪਏਗਾ, ਇਸ ਲਈ ਜੋ ਤੂੰ ਕਹਿ ਰਿਹਾ ਬਸ ਆਪਣੇ ਤੱਕ ਹੀ ਸੀਮਤ ਰੱਖ। ਫਿਰ ਇਹਨੇ ਭੂਤਵੇ ਨਾਮ ਦੇ ਜੋਗੀ ਨੂੰ ਬੁਲਾਇਆ, ਉਹਨੂੰ ਸਾਰੀ ਗੱਲ ਸੁਣਾਈ, ਸਮਝਾਈ ਕਿ ਜਾ ਤੂੰ ਜਾ ਕੇ ਉਪਦੇਸ਼ ਦੇ ਨਾਨਕ ਜੀ ਨੂੰ, ਤੇ ਮੇਰਾ ਜਿਹੜਾ ਉਹ ਆ ਕੇ ਮੇਰੇ ਮੁਰੀਦ ਬਣ ਜਾਣ, ਮੇਰਾ ਚੇਲਾ ਬਣ ਜਾਣ, ਇਸ ਲਈ ਤੂੰ ਜਾ ਕੇ ਆਪਣੇ ਵੱਲੋਂ ਉਹਨਾਂ ਨੂੰ ਸਮਝਾਉਣਾ ਕਰ। ਆ ਬਸ ਉਹਨੇ ਤਾਏ ਕੋਲ ਨਾਨਕ ਸਹਾਈ ਜਗੇ ਬਚਨ ਅਲਾਏ ਬਲ ਹਟ ਕੋ ਗਵਾਈਏ। ਇਹ ਵੀ ਆਇਆ ਹੰਕਾਰ ਦੇ ਨਾਲ ਭਰਿਆ ਹੋਇਆ, ਹੰਕਾਰ ਦੇ ਨਾਲ ਭਰਿਆ, ਆਉਂਦਿਆਂ ਸਾਰੀ ਬੋਲਣ ਲੱਗ ਪਿਆ।
ਆਉਂਦਿਆਂ ਸਾਰੀ ਕਹਿਣ ਲੱਗਾ ਇਹ ਬਾਲਕ, ਕਿਉਂਕਿ ਇਹ ਬਾਲਕ ਹੀ ਸਮਝਦੇ ਆ ਨਾਨਕ ਜੀ ਨੂੰ, ਇਹਨਾਂ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਜਾਂ ਯੋਗ ਸਾਧਨਾ ਕਰਕੇ ਆਪਣੀਆਂ ਉਮਰਾਂ ਵਧਾਈਆਂ ਨੇ, ਅੰਦਰ ਹੰਕਾਰ ਵੀ ਉਨਾ ਹੀ ਵਧਿਆ ਜਿੰਨਾ ਇਹਨਾਂ ਨੇ ਯੋਗ ਸਾਧਨਾ ਕਰਕੇ ਉਮਰਾਂ ਵਧਾਈਆਂ। ਇਸ ਲਈ ਇਹ ਬਾਲਕ ਹੀ ਕਹਿੰਦੇ ਆ, ਕਹਿਣ ਲੱਗੇ ਬਾਲਕ ਕਿਉਂ ਹੱਟ ਕਰਕੇ ਬੈਠਾ, ਕਿਉਂ ਐਵੇਂ ਤੂੰ ਜਿੱਦ ਕਰਕੇ ਬੈਠਾ। ਇਹ ਹੰਕਾਰ ਦੇ ਵਿੱਚ ਆ ਕੇ ਇਸ ਤਰ੍ਹਾਂ ਬੋਲਣ ਲੱਗ ਪਿਆ। ਚਰਨ ਲਗਾਏ ਗੋਰੇ ਗੋਰਖ ਕਰਾਏ ਤੇਰੇ ਮਨ ਨੇ ਮਿਟਾਏ ਐਸਾ ਪਦ ਕੋ ਨਾ ਪਾਈਏ। ਕਹਿੰਦੇ ਚੱਲ ਮੇਰੇ ਨਾਲ ਮੈਂ ਤੈਨੂੰ ਗੋਰਖਨਾਥ ਦੇ ਚਰਨੀ ਲਾ ਦਿਆਂ, ਗੁਰੂ ਗੋਰਖਨਾਥ ਜਿਹੜਾ ਉਹ ਮੈਂ ਤੇਰੇ ਲਈ ਤੈਨੂੰ ਗੁਰੂ ਬਣਵਾ ਦਿਆਂ, ਵੀ ਚੱਲ ਤੂੰ ਗੋਰਖਨਾਥ ਦੇ ਚਰਨੀ ਲੱਗ ਤੇ ਉਹਨੂੰ ਗੁਰੂ ਬਣਾ ਲੈ। ਕਿਉਂ ਐਵੇਂ ਜਿੱਦ ਕਰੀ ਜਾਂਦਾ, ਕਿਉਂ ਐਵੇਂ ਹੱਟ ਕਰੀ ਜਾਂਦਾ, ਉਹਦੇ ਚਰਨੀ ਲੱਗੇਗਾ ਤੇ ਜਨਮ ਮਰਨ ਤੇਰਾ ਮਿਟ ਜਾਏਗਾ। ਇਸ ਲਈ ਹੱਟ ਨਾ ਕਰ, ਚੱਲ ਕੇ ਜਨਮ ਮਰਨ ਆਪਣਾ ਜਿਹੜਾ ਉਹ ਮਿਟਾ ਲੈ। ਇਹ ਪਦਵੀ ਜਿਹੜੀ ਹੈ ਇਹਨੂੰ ਤੂੰ ਪਾਉਣਾ ਕਰ, ਕਿਉਂ ਐਵੇਂ ਹੱਟ ਕਰਕੇ ਬੈਠਾ। ਧਿਆਨ ਰੱਖਿਓ ਇਹ ਭੂਤ ਵੇ ਜੋਗੀ ਦੇ ਬੋਲ ਨੇ। ਕਹਿਣ ਲੱਗਾ ਬਾਲਕ ਤੂੰ ਐਵੇਂ ਹੱਟ ਨਾ ਕਰ, ਚੱਲ ਮੈਂ ਤੈਨੂੰ ਗੋਰਖਨਾਥ ਦੇ ਚਰਨੀ ਲਵਾ ਦਿਆਂ। ਪਹੁੰਚੇ ਤੂੰ ਆਏ ਨੇ ਛੂਛਾ ਹਟ ਜਾਏ ਅਬ ਜਦੋਂ ਕਹੇ ਹੋਏ ਪਹੁੰਚਾਏ ਜੋ ਸੁਣਾਈਏ। ਕਹਿਣ ਲੱਗੇ ਤੂੰ ਇੱਥੇ ਤੱਕ ਤੇ ਹੁਣ ਪਹੁੰਚ ਗਿਆ, ਫਿਰ ਉਹਨੂੰ ਛੂਛਾ ਮੈਨੇ ਖਾਲੀ, ਕਿਉਂ ਐਵੇਂ ਖਾਲੀ ਵਾਪਸ ਜਾਣਾ। ਮੇਰੀ ਗੱਲ ਮੰਨ, ਮੇਰੇ ਨਾਲ ਚੱਲ ਤੇ ਗੁਰੂ ਗੋਰਖਨਾਥ ਨੂੰ ਆਪਣਾ ਗੁਰੂ ਧਾਰਨ ਕਰ ਲੈ, ਆਪਣਾ ਗੁਰੂ ਜਿਹੜਾ ਉਹਨੂੰ ਬਣਾ ਲੈ ਤੇ ਤੂੰ ਉਹਦਾ ਚੇਲਾ ਬਣ ਜਾ। ਐਵੇਂ ਛੂਛਾ ਵਾਪਸ ਇੰਨੀ ਦੂਰ ਆ ਕੇ ਖਾਲੀ ਵਾਪਸ ਜਾਏਗਾ। ਇਸ ਤਰ੍ਹਾਂ ਇਹ ਭੂਤਵੇ ਨਾਮ ਦਾ ਸਿੱਧ ਗੁਰੂ ਸਾਹਿਬ ਜੀ ਨੂੰ ਬੋਲ ਰਿਹਾ ਹੈ। ਸ਼੍ਰੀ ਗੁਰੂ ਕਹਿਤ ਬਨ ਛੂਛਾ ਜੋ ਰਹਿਤ ਜੋ ਰਾਮ ਨਾਮ ਜਪਤ ਦੁਖ ਪਾਏ ਜਮ ਤਰਾਸ ਕੋ। ਜਦੋਂ ਇਹਨੇ ਆਖਿਆ ਨਾ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਗੋਰਖਨਾਥ ਦੇ ਚਰਨੀ ਲਵਾ ਦਿਆਂ, ਤੇਰਾ ਜਨਮ ਮਰਨ ਕੱਟਿਆ ਜਾਏਗਾ, ਇਹ ਉੱਚ ਪਦਵੀ ਨੂੰ ਤੂੰ ਪ੍ਰਾਪਤ ਕਰ ਲੈ, ਕਿਉਂ ਐਵੇਂ ਖਾਲੀ ਵਾਪਸ ਜਾਏਗਾ। ਅੱਗੋਂ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਛੂਛਾ ਉਹ ਹੁੰਦਾ ਜਿਹਦੇ ਪੱਲੇ ਨਾਮ ਨਹੀਂ ਹੁੰਦਾ, ਜਿਹਦੇ ਕੋਲ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਨਹੀਂ ਹੁੰਦੀ, ਨਾਮ ਦਾ ਖਜ਼ਾਨਾ ਨਹੀਂ ਹੁੰਦਾ, ਜਿਹਦੇ ਕੋਲ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਹੁੰਦਾ। ਸਾਹਿਬ ਜੀ ਕਹਿੰਦੇ ਉਹ ਅਸਲ ਵਿੱਚ ਛੂਛਾ ਹੁੰਦਾ ਹੈ, ਉਹ ਖਾਲੀ ਆਉਂਦਾ ਤੇ ਖਾਲੀ ਦੁਨੀਆ ਤੋਂ ਚਲੇ ਜਾਂਦਾ ਹੈ। ਧਿਆਨ ਰੱਖਿਓ ਅਸੀਂ ਜਦੋਂ ਦੁਨੀਆ 'ਚ ਆਏ ਸਾਂ ਤੇ ਕੀ ਲੈ ਕੇ ਆਏ ਸਾਂ, ਪਰ ਜਿਸ ਦਿਨ ਦੁਨੀਆ ਤੋਂ ਜਾਣਾ ਤੇ ਉਸ ਦਿਨ ਅੰਦਰ ਮਾਣ ਭਰਿਆ ਹੋਣਾ ਵੀ ਮੈਂ ਅਰਬਪਤੀ ਹਾਂ, ਮੈਂ ਕਰੋੜਪਤੀ ਹਾਂ, ਮੈਂ ਲੱਖਪਤੀ ਹਾਂ, ਮੈਂ ਇੰਨੀਆਂ ਜ਼ਮੀਨਾਂ, ਮੈਂ ਇੰਨੀਆਂ ਜਾਇਦਾਦਾਂ ਦਾ ਮਾਲਕ ਹਾਂ, ਮੇਰੇ ਨਾਮ ਤੇ ਇੰਨਾ ਖਜ਼ਾਨਾ ਲੱਗਾ ਹੋਇਆ ਹੈ। ਪਰ ਜਿਸ ਦਿਨ ਦੁਨੀਆ ਤੋਂ ਅਸੀਂ ਜਾਣਾ ਤੇ ਇਹ ਦੇਖਣਾ ਵੀ ਲੈ ਕੇ ਕੀ ਜਾਣਾ ਹੈ। ਸਭ ਕਹਿੰਦੇ ਜਿਹਦੇ ਨਾਮ ਤੇ ਤੂੰ ਇੰਨਾ ਮਾਣ ਕਰਦਾ ਨਾ ਉਹ ਤੇ ਸਰੀਰ ਦਾ ਨਾਮ ਹੈ, ਉਹ ਤਾਂ ਦੁਨੀਆ ਨੇ ਮਾਪਿਆਂ ਨੇ ਤੇਰੇ ਸਰੀਰ ਦਾ ਨਾਮ ਰੱਖਿਆ ਹੈ, ਪਰ ਜਿਸ ਨਾਮ ਤੇ ਇੰਨਾ ਕੁਝ ਲਵਾਈ ਬੈਠਾ ਹੈ ਉਹ ਸਰੀਰ ਵੀ ਇੱਥੇ ਰਹਿ ਜਾਣਾ ਹੈ। ਇਹ ਜਿੰਨਾ ਵੀ ਸਾਡੇ ਨਾਮ ਤੇ ਲੱਗਾ ਹੋਇਆ ਹੈ, ਜੋ ਜ਼ਮੀਨਾਂ ਜਾਇਦਾਦਾਂ, ਸਾਡਾ ਬੈਂਕ ਬੈਲੈਂਸ ਜਿੰਨਾ ਵਿੱਚ ਸਰੀਰ ਦੇ ਨਾਮ ਤੇ ਹੀ ਹੈ, ਜੋ ਅਸੀਂ ਆਪਣੇ ਨਾਮ ਦੀ ਆਈਡੀ ਬਣਾ ਕੇ ਰੱਖੀ ਹੈ ਉਹ ਸਰੀਰ ਦੇ ਨਾਮ ਦੀ ਹੈ। ਪਰ ਜਦੋਂ ਸਰੀਰ ਵਿੱਚੋਂ ਜਿੰਦ ਨਿਕਲਣੀ ਹੈ ਉਹਦੇ ਪੱਲੇ ਕੀ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਜਦੋਂ ਆ ਸਰੀਰ ਰੂਪੀ ਕੱਪੜਾ ਵੀ ਦੁਨੀਆ 'ਚ ਛੱਡ ਕੇ ਜਾਣਾ, ਫਿਰ ਇਸ ਜਿੰਦ ਦੇ ਪੱਲੇ ਕੀ ਹੋਏਗਾ। ਇਸ ਜਿੰਦ ਦੇ ਪੱਲੇ ਜੇ ਨਾਮ ਨਹੀਂ ਤਾਂ ਇਹਦੇ ਪੱਲੇ ਕੱਖ ਵੀ ਨਹੀਂ ਹੈ। ਅਸੀਂ ਸਾਰੀ ਉਮਰ ਬਾਹਰੋਂ ਧਨਾੜ ਹੋਣ ਦਾ ਮਾਣ ਕਰਦੇ ਰਹੇ, ਪਰ ਜਦੋਂ ਦੁਨੀਆ ਤੋਂ ਤੁਰੇ ਤਾਂ ਨਾਂਗੇ ਆਵਣ ਨਾਂਗੇ ਜਾਣਾ। ਜਿਸ ਦਿਨ ਦੁਨੀਆ ਤੋਂ ਚੱਲਣ ਲੱਗੇ ਤਾਂ ਇੱਕ ਕੌਡੀ ਵੀ ਸਾਡੇ ਕੰਮ ਨਹੀਂ ਆਈ, ਉਸ ਦਿਨ ਅਸੀਂ ਕੰਗਾਲ ਹੋ ਕੇ ਚੱਲ ਪਏ, ਕਿਉਂਕਿ ਜਿੰਦ ਦੇ ਪੱਲੇ ਕੁਝ ਨਹੀਂ ਸੀਗਾ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਜਿਹੜਾ ਵਣਜ ਕਰਨ ਆਇਓ ਉਹ ਕਰੋਗੇ ਤਾਂ ਤੁਸੀਂ ਧਨਾੜ ਹੋ। ਗੁਰਬਾਣੀ ਨੇ ਕੁਲਵੰਤ ਧਨਵੰਤ ਪਤਵੰਤ ਕਿਹਨੂੰ ਮੰਨਿਆ, ਜਿਹਨੇ ਨਾਮ ਦੀ ਕਮਾਈ ਕੀਤੀ ਹੈ। ਇਸ ਲਈ ਹੋਕਾ ਮਹਾਰਾਜ ਨੇ ਦਿੱਤਾ ਵੀ ਆਹ ਪੱਲੇ ਆਪਣੇ ਬੰਨ ਲਓ, ਜੇ ਨਾਲ ਲੈ ਕੇ ਜਾਣਾ ਵਣਜ ਕਰੋ, ਵਣਜਾਰੇ ਹੋ ਵੱਖਰ ਲਿਖੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾ। ਜੋ ਤੁਹਾਡੇ ਨਾਲ ਔੜਕ ਤੱਕ ਨਿਭ ਜਾਏ, ਸਰੀਰ ਨਹੀਂ ਨਿਭਣਾ, ਸਰੀਰ ਨੇ ਇੱਥੇ ਰਹਿ ਜਾਣਾ। ਜੇ ਨਿਭਣਾ ਸਾਡੀ ਜਿੰਦ ਦੇ ਨਾਲ ਹੈ ਤੇ ਉਹ ਕੀ ਨਿਭਣਾ, ਉਹ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾੜ। ਇਸ ਲਈ ਮਹਾਰਾਜ ਕਹਿੰਦੇ ਤੂੰ ਛੂਛਾ ਕਹਿ ਰਿਹਾ ਵੀ ਖਾਲੀ ਵਾਪਸ ਨਾ ਜਾਇਓ, ਪਰ ਖਾਲੀ ਤੇ ਉਹ ਹੁੰਦਾ ਜਿਹਦੇ ਪੱਲੇ ਨਾਮ ਨਾ ਹੋਵੇ। ਜਿਹੜੇ ਨਾਮ ਤੋਂ ਹੀਣੇ ਹੁੰਦੇ ਆ, ਜਿਨ੍ਹਾਂ ਦੇ ਕੋਲ ਨਾਮ ਦੀ ਕਮਾਈ ਨਹੀਂ ਹੁੰਦੀ, ਉਹ ਛੂਛੇ ਹੁੰਦੇ ਨੇ। ਔਰ ਦੁੱਖ ਪਾਏ ਜਮ ਤਰਾਸ ਕੋ, ਉਹ ਫਿਰ ਜਮਾਂ ਦਾ ਦੁੱਖ ਪਾਉਂਦੇ ਨੇ। ਜਮ ਦਾ ਡਰ ਉਹਨਾਂ ਦੇ ਅੰਦਰ, ਭੈ ਉਹਨਾਂ ਦੇ ਅੰਦਰ ਹੁੰਦਾ ਹੈ। ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕਰ ਲਿਆ ਉਹਨਾਂ ਨੂੰ ਜਮ ਦਾ ਭੈ ਨਹੀਂ ਸਤਾਉਂਦਾ, ਉਹਨਾਂ ਨੂੰ ਜਮ ਦਾ ਡਰ ਨਹੀਂ ਸਤਾਉਂਦਾ ਹੈ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲਾਹਾ ਲੈ ਲਿਆ। ਉਹਨਾਂ ਨੇ ਜਿਹੜੀ ਕਮਾਈ ਕਰਨੀ ਸੀ ਨਾਮ ਦੀ ਕਰ ਲਈ, ਉਹ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਕਿ ਸਰੀਰ ਕਿਤੇ ਸਾਥ ਨਾ ਛੱਡ ਦੇਵੇ। ਉਹਨਾਂ ਨੂੰ ਇਹ ਚਿੰਤਾ ਨਹੀਂ, ਕਿਉਂਕਿ ਪਤਾ ਹੈ ਕਿ ਇਹ ਚਿੰਤਾ ਕਰਕੇ ਵੀ ਕੀ ਕਰਾਂਗੇ, ਸਰੀਰ ਨੇ ਤੇ ਫਿਰ ਵੀ ਸਾਥ ਛੱਡਣਾ। ਚਿੰਤਾ ਤਾਂ ਕੀਤੀਆਂ ਜੋ ਅੰਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਇਹ ਕਰੋ ਕਿ ਬਚਪਨ ਲੰਘ ਗਿਆ, ਜੋਬਨ ਲੰਘ ਗਿਆ, ਬੁਢੇਪਾ ਵੀ ਸਿਖਰ ਤੇ ਆ ਗਿਆ ਤੇ ਮੈਂ ਹਜੇ ਤੱਕ ਧਨ ਨਾਮ ਦਾ ਇਕੱਠਾ ਕੀਤਾ ਕਿ ਨਹੀਂ ਕੀਤਾ, ਹਜੇ ਮੈਂ ਉਹ ਸੌਦਾ ਜਿਹੜਾ ਮੇਰੇ ਨਾਲ ਨਿਭਣਾ ਮੈਂ ਉਹ ਇਕੱਤਰ ਕਰ ਲਿਆ ਕਿ ਨਹੀਂ ਕਰ ਲਿਆ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਿਹਨੇ ਨਹੀਂ ਕੀਤਾ ਦੁੱਖ ਪਾਏ ਜਮ ਤਰਾਸ ਕੋ, ਉਹਦੇ ਅੰਦਰ ਜਮ ਦਾ ਡਰ ਹੁੰਦਾ, ਭੈ ਹੁੰਦਾ ਤੇ ਉਹ ਫਿਰ ਉਸ ਭੈ ਵਿੱਚ ਹਮੇਸ਼ਾ ਦੁੱਖ ਹੀ ਭੋਗਦੇ ਨੇ। ਤੇ ਜਿਨ੍ਹਾਂ ਨੇ ਧਨ ਇਕੱਠਾ ਨਾਮ ਦਾ ਕੀਤਾ ਹੈ ਉਹਨਾਂ ਦੇ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕੋ ਭਉ ਕਿਛ ਨਹੀਂ ਜਮ ਨਹੀਂ ਆਵੇ ਨੇੜੇ। ਉਹਨਾਂ ਨੂੰ ਭਉ ਡਰ ਵੀ ਨਹੀਂ ਹੁੰਦਾ ਤੇ ਜਮ ਵੀ ਉਹਨਾਂ ਦੇ ਨੇੜੇ, ਦੁੱਖ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੇ ਪਰਮੇਸ਼ਵਰ ਨੂੰ ਵਿਸਾਰ ਦਿੱਤਾ ਇੱਥੇ ਹੀ ਨਹੀਂ ਉਹ ਦੁੱਖ ਮੁੱਕਦੇ, ਅੱਗੇ ਜਾ ਕੇ ਪਤਾ ਨਹੀਂ ਕੀ ਬਣਨਾ। ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰੇ ਆਉਣ ਨਾ ਆਉ, ਇੱਥੇ ਦੁੱਖ ਕਨੇਰਿਆਂ ਅੱਗੇ ਠਾਉਰ ਨਾ ਠਾਓ। ਇਸ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋਗੀ ਇੰਨੇ ਮਾਣ ਹੰਕਾਰ ਦੇ ਨਾਲ ਨਾ ਬੋਲ, ਜਿਹੜਾ ਦੁਨੀਆ ਚੋਂ ਖਾਲੀ ਜਾਂਦਾ ਉਹ ਹੁੰਦਾ ਨਾਮ ਤੋਂ ਹੀਣਾ, ਜਿਹਦੇ ਪੱਲੇ ਨਾਮ ਨਹੀਂ ਹੁੰਦਾ ਉਹ ਦੁੱਖ ਭੋਗਦਾ ਹੈ। ਮਨ ਕੋ ਮਿਟਾਏ ਸਭੇ ਚਰਨ ਲਗਾਏ ਅਬ ਨਹੀਂ ਕੱਟ ਜਾਏ ਹਮ ਆਵੇ ਤੁਮ ਕਾਸ ਕੋ। ਕਹਿੰਦੇ ਤੂੰ ਸਾਨੂੰ ਗੋਰਖਨਾਥ ਦੇ ਚਰਨੀ ਕੀ ਲਾਉਣਾ, ਅਸੀਂ ਤੈਨੂੰ ਸਮਝਾਉਂਦੇ ਆ ਵੀ ਇਹ ਮਾਣ ਆਪਣੇ ਅੰਦਰ ਦਾ ਮਿਟਾ ਦੇ, ਇਹ ਹੰਕਾਰ ਮਿਟਾ ਦੇ ਤੂੰ ਆਪਣਾ, ਔਰ ਤੇਰੇ ਗੁਰੂ ਗੋਰਖਨਾਥ ਦੇ ਅੰਦਰ ਦਾ ਹੰਕਾਰ ਮਿਟਾਉਣ ਵਾਸਤੇ ਹੀ ਅਸੀਂ ਆਏ ਹਾਂ। ਇਸ ਲਈ ਜਾਂ ਤੇ ਤੂੰ ਸਾਡੇ ਨਾਲ ਰਲ ਜਾ, ਨਹੀਂ ਤੇ ਫਿਰ ਅਸੀਂ ਉੱਥੇ ਆ ਕੇ ਕਹਿੰਦੇ ਨੇ ਤੁਹਾਡੇ ਅੰਦਰ ਦੇ ਹੰਕਾਰ ਨੂੰ ਤੋੜਾਂਗੇ। ਜਨਮ ਮਰਨ ਕੋ ਅੰਤ ਕਮਨ ਜਾਏ ਸੋ ਦੇਹ ਵਿਕੇ ਅੰਤ ਅਰ ਧਾਰੇ ਅਭਿਆਸ ਕੋ। ਕਹਿੰਦੇ ਜਨਮ ਮਰਨ ਦਾ ਭੈ ਸਾਡੇ ਅੰਦਰ ਨਹੀਂ ਹੈ, ਜਨਮ ਮਰਨ ਦਾ ਭੈ ਤੁਹਾਡੇ ਅੰਦਰ ਹੈ, ਕਿਉਂਕਿ ਤੁਸੀਂ ਇੰਨੀਆਂ ਰਿੱਧੀਆਂ ਸਦੀਆਂ ਪਾ ਕੇ ਯੋਗ ਸਾਧਨਾਵਾਂ ਕਰਕੇ ਹਜੇ ਹਉਮੈ ਵਿੱਚ ਫਸੇ ਹੋਏ ਹੋ, ਹਜੇ ਹੰਕਾਰ ਦੇ ਵਿੱਚ ਫਸੇ ਹੋਏ ਹੋ। ਔਰ ਇਸ ਹੰਕਾਰ ਨੇ ਹੀ ਤੁਹਾਨੂੰ ਜੰਮਣ ਤੇ ਮਰਨ ਦਾ ਭੈ ਅੰਦਰ ਬਣਾਇਆ ਹੋਇਆ, ਮੌਤ ਦਾ ਡਰ ਤੁਹਾਡੇ ਅੰਦਰ ਬਣਿਆ ਹੋਇਆ ਹੈ। ਇਸ ਲਈ ਸਾਡੇ ਅੰਦਰ ਕੀ ਹੈ, ਕਬੀਰ ਜਿਸ ਮਰਨੇ ਤੇ ਜਗ ਡਰਿਆ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਔਰ ਗੁਰੂ ਸਾਹਿਬ ਕਹਿੰਦੇ ਅਸੀਂ ਉਹ ਘਰ ਬਣਾਇਆ ਹੈ ਜਿਸ ਘਰ ਵਿੱਚ ਆਉਣ ਤੋਂ ਪਹਿਲਾਂ ਮੌਤ ਦਾ ਭੈ ਦੂਰ ਕੀਤਾ ਜਾਂਦਾ ਹੈ, ਜਿਸ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਸਿਖਾਇਆ ਜਾਂਦਾ ਹੈ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ।
ਅਸਲ ਵਿੱਚ ਤੁਹਾਡੇ ਅੰਦਰ ਜੰਮਣ ਤੇ ਮਰਨ ਦਾ ਪੈ ਬਣਿਆ, ਕਿਉਂਕਿ ਤੁਸੀਂ ਮਾਣ ਹੰਕਾਰ ਨਾਲ ਭਰੇ ਹੋਏ ਹੋ। रंचक सगने ज्ञानी कहे ने दे बिके रहे ने हर कशो कबीर सको। ਜਿਹੜਾ ਗਿਆਨੀ ਦਾ ਅਰਥ ਹੈ ਗਿਆਨਵਾਨ, ਜਿਹਨੂੰ ਵਾਕਈ ਗਿਆਨ ਹੋ ਗਿਆ ਨਾ ਆਪਣੇ ਜੀਵਨ ਦਾ, ਕਹਿੰਦੇ ਨੇ ਉਹ ਰੰਚਕ ਮਾਤਰ ਵੀ ਭੈ ਨਹੀਂ ਅੰਦਰ ਰੱਖਦਾ। ਗਿਆਨੀ ਦੀ ਪਰਿਭਾਸ਼ਾ ਬੜੀ ਵਾਰ ਆਪ ਜੀ ਨਾਲ ਸਾਂਝੀ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਜਿਹਨੂੰ ਅੰਦਰ ਦਾ ਗਿਆਨ ਹੋ ਗਿਆ ਉਹ ਕਿਸੇ ਦਾ ਭੈ ਨਹੀਂ ਮੰਨਦਾ, ਨਾ ਉਹ ਆਪਣੇ ਵੱਲੋਂ ਕਿਸੇ ਨੂੰ ਭੈ ਦਿੰਦਾ, ਡਰ ਨਾ ਕਿਸੇ ਦਾ ਡਰ ਮੰਨਦਾ ਹੈ ਤੇ ਨਾ ਕਿਸੇ ਦੇ ਡਰ ਵਿੱਚ ਰਹਿੰਦਾ ਹੈ। ਕਹਿ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਗਿਆਨ ਵਾਲੇ ਹੁੰਦੇ ਨੇ ਉਹ ਰੰਚਕ ਮਾਤਰ ਵੀ ਆਪਣੇ ਅੰਦਰ ਭੈ ਨਹੀਂ ਰੱਖਦੇ, ਡਰ ਨਹੀਂ ਰੱਖਦੇ। ਉਹ ਤਾਂ ਦੁੱਖ ਸੁੱਖ ਤੋਂ ਨਿਆਰੇ ਹੁੰਦੇ ਨੇ, ਖੁਸ਼ੀ ਗਮ ਤੋਂ ਨਿਆਰੇ, ਉਹਨਾਂ ਦਾ ਜੀਵਨ ਨਿਆਰਾ ਹੁੰਦਾ ਹੈ। ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣ, ਸੁਖ ਸਨੇ ਔਰ ਭੈ ਨਹੀਂ ਜਾਂਕਾ ਕੰਚਨ ਮਾਟੀ ਮੰਨਣ। ਜਿਹੜੇ ਗਿਆਨ ਵਾਲੇ ਪੁਰਸ਼ ਹੁੰਦੇ ਨੇ ਉਹ ਇਸ ਅਵਸਥਾ ਦੇ ਮਾਲਕ ਹੁੰਦੇ ਹਨ। सुन के जाने ज्ञान घन गमने निज स्थान। ਜਦੋਂ ਕਹਿੰਦੇ ਇਸ ਭੂਤਵੇ ਨਾਮ ਦੇ ਜੋਗੀ ਨੇ ਗੁਰੂ ਨਾਨਕ ਸਾਹਿਬ ਕੋਲੋਂ ਅੱਗੋਂ ਇਹ ਗਿਆਨ ਵਾਲੀਆਂ ਗੱਲਾਂ ਸੁਣੀਆਂ ਕਿ ਤੂੰ ਸਾਨੂੰ ਜਨਮ ਤੇ ਮਰਨ ਦੇ ਭੈ ਵਿੱਚੋਂ ਕਿਵੇਂ ਕੱਢੇਗਾ, ਤੂੰ ਤੇ ਆਪ ਜਨਮ ਮਰਨ ਦੇ ਭੈ ਵਿੱਚ ਹੈ। ਤੂੰ ਸਾਨੂੰ ਕਿਵੇਂ ਕਹਿ ਸਕਦਾ ਵੀ ਖਾਲੀ ਵਾਪਸ ਨਾ ਜਾਓ, ਗੁਰੂ ਗੋਰਖਨਾਥ ਦੇ ਚਰਨੀ ਲੱਗ ਕੇ ਜਾਓ। ਸਾਹਿਬ ਕਹਿੰਦੇ ਖਾਲੀ ਤੇ ਉਹ ਹੁੰਦਾ ਜਿਹਦੇ ਪੱਲੇ ਪਰਮਾਤਮਾ ਦਾ ਨਾਮ ਨਾ ਹੋਵੇ, ਜਿਹਦੇ ਕੋਲ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਨਾ ਹੋਵੇ। ਇਸ ਲਈ ਇਹ ਮਾਣ ਹੰਕਾਰ ਛੱਡ ਦਿਓ। ਅਸਲ ਵਿੱਚ ਤੁਹਾਡੇ ਅੰਦਰ ਜੰਮਦਾ ਪੈ ਹੈ, ਸਾਡੇ ਅੰਦਰ ਨਹੀਂ। ਜਦੋਂ ਇਹ ਗਿਆਨ ਨਾਲ ਭਰਪੂਰ ਗੱਲਾਂ ਕਿਸ ਜੋਗੀ ਨੇ ਸੁਣੀਆਂ, ਇਹ ਵੀ ਸਮਝ ਗਿਆ ਕਿ ਗਿਆਨ ਘਨ ਵੀ ਬਹੁਤ ਗਿਆਨ ਦੇ ਮਾਲਕ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਅੱਗੇ ਝੁਕਾਉਣਾ ਚਾਹੁੰਦੇ ਹਾਂ। ਇਹਨਾਂ ਕੋਲ ਤੇ ਘਣਾ ਗਿਆਨ ਹੈ, ਇਹ ਵੀ ਸਮਝ ਗਿਆ। ਕਹਿੰਦੇ ਗਮਨਿਓ, ਇਹ ਵੀ ਵਾਪਸ ਅੱਗੋਂ ਕੋਈ ਇਹਨੂੰ ਜਵਾਬ ਨਹੀਂ ਆਇਆ, ਸਵਾਲ ਨਹੀਂ ਅੱਗੋਂ ਕਰਨਾ ਆਇਆ। ਸਮਝ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਗੋਰਖਨਾਥ ਦੇ ਅੱਗੇ ਝੁਕਾਉਣਾ ਬੜਾ ਔਖਾ ਹੈ। ਇਹ ਭੂਤਵੇਂ ਨਾਮ ਦਾ ਜੋਗੀ ਵੀ ਵਾਪਸ ਮੁੜ ਆਇਆ। गोरख के डिग जाय के कीन बर्तन बखान। ਜਾ ਕੇ ਇਹਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਏ, ਇਹਨੇ ਵੀ ਗੁਰੂ ਸਾਹਿਬ ਜੀ ਦੀ ਜਾ ਕੇ ਉਪਮਾ ਕੀਤੀ, ਗੋਰਖਨਾਥ ਦੇ ਕੋਲ ਜਾ ਕੇ ਸਾਰੀ ਗੱਲ ਦੱਸਣਾ ਕੀਤੀ। तह तू शन कर बाय के गोरख आय सदीन। ਤੈਂ ਟਿਊਸ਼ਨ ਕਰਵਾਏ, ਇਹਨੂੰ ਵੀ ਚੁੱਪ ਕਰਵਾ ਦਿੱਤਾ ਵੀ ਤੂੰ ਵੀ ਉਹਨਾਂ ਦੀ ਬੋਲੀ ਆ ਕੇ ਬੋਲਣ ਲੱਗ ਗਿਆ ਜਿਹੜੇ ਪਹਿਲਾਂ ਗਏ ਸਨ। ਇਹਨੂੰ ਵੀ ਟਿਊਸ਼ਨ ਦਾ ਹੁੰਦਾ ਚੁੱਪ ਕਰਾਉਣਾ, ਕਹਿੰਦਾ ਚੁੱਪ ਕਰ, ਬਸ ਅੱਗੇ ਨਾ ਬੋਲੀ ਹੁਣ ਕੁਝ, ਜੋ ਬੋਲਿਆ ਠੀਕ ਹੈ, ਚੁੱਪ ਕਰਕੇ ਬੈਠ ਜਾ। ਉਸੇ ਵੇਲੇ ਗੋਰਖਨਾਥ ਨੇ ਇਹਨੂੰ ਵੀ ਕਹਿੰਦੇ ਨੇ ਚੁੱਪ ਕਰਵਾ ਦਿੱਤਾ। है को सिद्ध समर्थ जो जीते बचन प्रवीण। ਉਸੇ ਵੇਲੇ ਆਵਾਜ਼ ਦਿੱਤੀ ਵੀ ਜਿੰਨੇ ਸਾਹਮਣੇ ਬੈਠੇ ਹੁਣ, ਜਿਹੜੇ ਆਈ ਜਾਂਦੇ ਉਹ ਇੱਕ ਪਾਸੇ, ਜਿਹੜੇ ਆਈ ਜਾਂਦੇ ਨੇ ਉਹ ਇੱਕ ਪਾਸੇ ਬੈਠੀ ਜਾਂਦੇ ਆ, ਚੁੱਪ ਕਰਕੇ ਬਿਠਾਈ ਜਾਂਦਾ ਉਹਨਾਂ ਨੂੰ। ਤੇ ਜਿਹੜੇ ਸਾਹਮਣੇ ਬੈਠੇ ਆ ਉਹਨਾਂ ਨੂੰ ਆਵਾਜ਼ ਦੇ ਕੇ ਕਹਿੰਦਾ, ਹੈ ਤੁਹਾਡੇ ਚੋਂ ਕੋਈ ਜਿਹਦੇ ਕੋਲ ਐਸੇ ਬੋਲ ਹੋਣ ਕਿ ਉਹ ਆਪਣੇ ਬੋਲਾਂ ਦੇ ਰਾਹੀਂ ਨਾਨਕ ਜੀ ਨੂੰ ਸਾਡੇ ਅੱਗੇ ਲਿਆ ਕੇ ਝੁਕਾ ਦੇਵੇ, ਉਹਨਾਂ ਨੂੰ ਜੋਗ ਮਤ ਵਿੱਚ ਲਿਆਵੇ। ਉੱਚੀ ਸਾਰੀ ਆਵਾਜ਼ ਦੇ ਕੇ ਬਾਕੀ ਜੋਗੀਆਂ ਨੂੰ ਕਹਿੰਦਾ ਹੈ। चरपट कर गुर तम को आपस गुर के पास। ਕਹਿੰਦੇ ਚਰਪਟ ਨਾਮ ਦਾ ਜੋਗੀ ਉੱਠਿਆ, ਇਹ ਵੀ ਹੰਕਾਰ ਦੇ ਨਾਲ ਭਰਿਆ ਪਿਆ, ਕਿਉਂਕਿ ਜਿਹਦਾ ਗੁਰੂ ਹੰਕਾਰੀ ਹੋਏਗਾ ਤੇ ਚੇਲੇ ਵੀ ਹੰਕਾਰੀ ਹੋਣਗੇ। ਜਿਨ੍ਹਾਂ ਦਾ ਗੁਰੂ ਵਿਕਾਰੀ ਹੋਏਗਾ, ਮਾਫ ਕਰਨਾ, ਉਹਦੇ ਚੇਲੇ ਵੀ ਵਿਕਾਰੀ ਹੋਣਗੇ। ਜੈਸੀ ਸੰਗਤ ਕਰਾਂਗੇ ਰੰਗਤ ਵੈਸੀ ਹੀ ਆਉਣੀ ਹੈ। ਵਿਕਾਰੀ ਦੀ ਸੰਗਤ ਕਰੋਗੇ ਵਿਕਾਰੀ ਆਉਣਗੇ, ਹੰਕਾਰੀ ਦੀ ਸੰਗਤ ਕਰੋਗੇ ਹੰਕਾਰੀ ਆਵੇਗਾ। ਤੁਸੀਂ 4 ਦਿਨ ਕਿਸੇ ਭੈੜੇ ਮਾੜੇ ਕੋੜੇ ਬੋਲ ਬੋਲਣ ਵਾਲੇ ਦੀ ਸੰਗਤ ਕਰਕੇ ਬੈਠੋ, ਵੇਖੋ 5ਵੇਂ ਦਿਨ ਤੁਸੀਂ ਵੀ ਮਾੜਾ ਬੋਲਣ ਲੱਗ ਜਾਓਗੇ। ਤੁਹਾਡੀ ਜ਼ੁਬਾਨ ਵਿੱਚੋਂ ਵੀ ਗੰਦਲੇ ਭੈੜੇ ਬੋਲ ਨਿਕਲਣ ਲੱਗ ਜਾਣਗੇ, ਕਿਉਂਕਿ ਅਸਰ ਹੋ ਗਿਆ। ਤੁਸੀਂ ਕਿਸੇ ਚੰਗੇ ਦੀ ਸੰਗਤ ਵਿੱਚ 4 ਦਿਨ ਬਹਿ ਕੇ ਵੇਖੋ, ਤੁਸੀਂ ਮਾੜਾ ਬੋਲ ਹੀ ਨਹੀਂ ਸਕੋਗੇ, ਤੁਸੀਂ ਕੋੜਾ ਬੋਲ ਹੀ ਨਹੀਂ ਸਕੋਗੇ, ਕਿਉਂਕਿ ਚੰਗੇ ਦਾ ਅਸਰ ਹੋ ਗਿਆ। ਇਸ ਲਈ ਕਹਿੰਦੇ ਨੇ ਜਿਨ੍ਹਾਂ ਦਾ ਗੁਰੂ ਹੀ ਹੰਕਾਰ ਨਾਲ ਭਰਿਆ ਤੇ ਚੇਲੇ ਵੀ ਤਾਂ ਹੰਕਾਰੀ ਹੋਣਗੇ। ਇਹ ਵੀ ਕਹਿੰਦੇ ਚਰਪਟ ਨਾਮ ਦਾ ਜੋਗੀ ਉੱਠਿਆ, ਕਹਿਣ ਲੱਗਾ ਚਿੰਤਾ ਨਾ ਕਰੋ ਗੁਰੂ ਗੋਰਖਨਾਥ, ਮੈਂ ਜਾ ਕੇ ਵੇਖਦਾ। ਆ ਗਿਆ, ਹੰਕਾਰ ਦੇ ਨਾਲ ਭਰਿਆ ਗੁਰੂ ਸਾਹਿਬ ਜੀ ਕੋਲ ਆਇਆ ਹੈ। बैठियो तबे समीप हव कीने बचन प्रकाश। ਆ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਬੈਠੇ ਸਨ, ਇਹ ਵੀ ਹੰਕਾਰ ਦੇ ਨਾਲ ਭਰਿਆ ਹੋਇਆ ਆ ਕੇ ਬੈਠ ਗਿਆ ਔਰ ਇਸ ਤਰ੍ਹਾਂ ਬੋਲਣ ਲੱਗਾ। आसन बैसन है के ठां तब भोजन कौन अचो जोगदारा। ਕਹਿੰਦੇ ਤੁਹਾਡਾ ਆਸਨ ਕਿੱਥੇ ਹੈ ਜਿੱਥੇ ਤੁਸੀਂ ਬੈਠਦੇ ਹੋ? ਤੁਹਾਡਾ ਭੋਜਨ ਕਿਹੜਾ ਹੈ, ਕਿਹੜਾ ਤੁਸੀਂ ਭੋਜਨ ਕਰਦੇ ਹੋ? सेज डसाए कहां विश्राम की कौन कदूल शरीर पे तारा। ਤੁਹਾਡੀ ਸੇਜ ਕਿੱਥੇ ਹੈ ਜਿਹਦੇ ਉੱਤੇ ਤੁਸੀਂ ਆਰਾਮ ਕਰਦੇ? ਇੱਕ ਹੁੰਦਾ ਬੈਠਣਾ, ਇੱਕ ਹੁੰਦਾ ਆਰਾਮ ਕਰਨਾ। ਤੁਹਾਡੀ ਸੇਜ ਕਿੱਥੇ? ਡਸਾਏ ਮੈਨੇ ਜਿਵੇਂ ਆਪਾਂ ਮੰਜਾ ਢਾ ਦਿੰਦੇ ਆ, ਇਹ ਤੁਹਾਡੀ ਸੇਜ ਕਿੱਥੇ ਡਾਈ ਹੋਈ ਹੈ ਜਿੱਥੇ ਤੁਸੀਂ ਵਿਸ਼ਰਾਮ ਕਰਦੇ ਹੋ? ਤੁਹਾਡਾ ਆਸਨ ਕਿੱਥੇ ਹੈ ਜਿੱਥੇ ਤੁਸੀਂ ਬੈਠਦੇ ਹੋ? ਕਿਹੜਾ ਤੁਸੀਂ ਭੋਜਨ ਕਰਦੇ ਹੋ? ਕੌਣ ਦਕੂਲ ਸ਼ਰੀਰ ਪੈ ਧਾਰਾ, ਤੁਸੀਂ ਆਪਣੇ ਤਨ ਤੇ ਕੱਪੜਾ ਕਿਹੜਾ ਧਾਰਨ ਕਰਦੇ ਹੋ? ਇਹਨੇ ਆਉਂਦਿਆਂ ਨੇ ਚਰਪਟ ਜੋਗੀ ਨੇ ਗੁਰੂ ਨਾਨਕ ਸਾਹਿਬ ਅੱਗੇ ਸਵਾਲ ਰੱਖ ਦਿੱਤੇ। आसन बैसन दे के भीतर नाम सो भोजन जान हमारा। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਠਰਨੇ ਨਾਲ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿੰਦੇ ਆਸਨ ਬੈਸਨ ਕਹਿ ਕੇ ਦੇ ਕੇ ਭੀਤਰ, ਦੇ ਦਾ ਅਰਥ ਸ਼ਰੀਰ। ਮਹਾਰਾਜ ਕਹਿੰਦੇ ਜਿਹੜਾ ਸਾਡਾ ਆਸਨ ਹੈ ਨਾ ਜਿੱਥੇ ਅਸੀਂ ਬੈਠਦੇ ਹਾਂ, ਉਹ ਬਾਹਰ ਨਹੀਂ ਹੈ, ਉਹ ਦੇਹ ਦੇ ਅੰਦਰ ਹੀ ਹੈ। ਇੱਕ ਗੱਲ ਸਮਝ ਕੇ ਚੱਲਿਓ, ਬਾਹਰ ਦੀ ਤਾਂ ਖੇਡ ਹੀ ਨਹੀਂ ਹੈ, ਖੇਡ ਤਾਂ ਸਾਰੀ ਅੰਦਰ ਦੀ ਹੋਈ ਹੈ। ਅਸੀਂ ਬਾਹਰ ਸਾਰੀ ਉਮਰ ਭਟਕਦੇ ਰਹਿੰਦੇ ਹਾਂ, ਬਾਹਰ ਹੀ ਭਟਕਦੇ ਰਹਿੰਦੇ ਹਾਂ, ਪਰ ਖੇਡ ਤਾਂ ਸਾਰੀ ਅੰਦਰ ਦੀ ਹੈ। ਲੋਕ ਤੋਂ ਪਰਲੋਕ ਦਾ ਸਫ਼ਰ ਬਾਹਰ ਕਿਤੇ ਨਹੀਂ ਮਿਲਣਾ ਤੁਹਾਨੂੰ। ਲੋਕ ਤੋਂ ਪਰਲੋਕ ਦਾ ਸਫ਼ਰ ਵੀ ਅੰਦਰ ਹੀ ਹੈ ਸਾਡਾ। ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਹੈ ਲੋਕ ਤੇ ਪਰਲੋਕ ਦਾ। ਲੋਕ ਦਿਮਾਗ ਹੈ ਤੇ ਦਿਲ ਸਾਡਾ ਪਰਲੋਕ ਹੈ। ਜਿਹੜਾ ਇਹ ਲੋਕ, ਜਿੱਥੇ ਲੋਕ ਕੀ ਹੈ, ਜਿੱਥੇ ਤ੍ਰੈਗੁਣੀ ਮਾਇਆ ਦਾ ਅਸਰ ਹੈ, ਜਿੰਨਾ ਪਾਪ ਬੁਰਾਈਆਂ ਨੇ ਇਹ ਸਭ ਲੋਕ ਵਿੱਚ ਹੀ ਨੇ। ਕਹਿੰਦੇ ਨੇ ਪਰਲੋਕ ਜਿੱਥੇ ਇਹਨਾਂ ਬੁਰਾਈਆਂ ਦਾ ਅਸਰ ਕੋਈ ਨਹੀਂ ਹੁੰਦਾ। ਦਿਮਾਗ ਗੰਦਗੀ ਨਾਲ ਭਰਿਆ ਹੈ, ਦਿਮਾਗ ਵਿੱਚ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ। ਅਸੀਂ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਕਰਨਾ ਹੈ, ਲੋਕ ਤੋਂ ਪਰਲੋਕ ਦਾ ਸਫ਼ਰ ਕਰਨਾ ਹੈ। ਉਹ ਬਾਹਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਇਸ ਲਈ ਸਤਿਗੁਰੂ ਜੀ ਨੇ ਆਖਿਆ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਵਿੱਚ ਖੋਜਦੇ ਹੋ ਉਹ ਅੰਦਰ ਹੈ ਸਾਡੇ। ਹੁਣ ਬੇਗਮਪੁਰਾ ਸ਼ਹਿਰ ਕੋ ਨਾਮ ਗੁਰਬਾਣੀ ਵਿੱਚ ਆਇਆ ਵੀ ਬੇਗਮਪੁਰਾ, ਉਹ ਪੂਰਾ ਕਿੱਥੇ ਹੈ? ਤੁਸੀਂ ਨਕਸ਼ਾ ਵੇਖ ਲਓ, ਪੂਰੀ ਦੁਨੀਆ ਦਾ ਨਕਸ਼ਾ ਵੇਖ ਲਓ, ਬੇਗਮਪੁਰਾ ਨਹੀਂ ਕਿਤੇ ਮਿਲਣਾ। ਕਿੱਥੇ ਹੈ? ਸਾਡੇ ਅੰਦਰ ਹੀ ਹੈ। ਉਹ ਇੱਕ ਅਵਸਥਾ ਹੈ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਮ, ਜਿੱਥੇ ਕੋਈ ਦੁੱਖ ਨਹੀਂ, ਤਕਲੀਫ ਨਹੀਂ, ਚਿੰਤਾ ਨਹੀਂ, ਰੋਗ ਨਹੀਂ, ਫਿਕਰ ਨਹੀਂ, ਉਹ ਸਾਡੇ ਅੰਦਰ ਹੀ ਹੈ, ਬਾਹਰ ਨਹੀਂ ਹੈ। ਪਰ ਅਸੀਂ ਬਾਹਰ ਲੱਭਾਂਗੇ, ਲੱਭਣਾ ਹੀ ਨਹੀਂ। ਸਭ ਕੁਝ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਬੁਲਾਹੀ। ਸਾਰਾ ਕੁਝ ਅੰਦਰ ਹੀ ਹੈ, ਬਾਹਰ ਨਹੀਂ। ਜੇ ਬਾਹਰ ਟੋਲਾਂਗੇ ਤੇ ਭਰਮ ਵਿੱਚ ਭਟਕਦੇ ਰਹਾਂਗੇ, ਮਿਲਣਾ ਕੱਖ ਨਹੀਂ। ਅੰਦਰ ਸ਼ਬਦ ਨੇ ਸਾਡੀ ਸੁਰਤ ਨੂੰ ਅੰਦਰ ਲੈ ਜਾਣਾ ਹੈ, ਸ਼ਬਦ ਸਾਡੀ ਸੁਰਤ ਨੂੰ ਬਾਹਰ ਨਹੀਂ ਲੈ ਜਾਂਦਾ। ਪਰ ਇੱਥੇ ਆ ਕੇ ਇਸ ਕਮਜ਼ੋਰੀ ਕੀ ਹੈ ਕਿ ਸੁਰਤ ਸ਼ਬਦ ਨਾਲ ਜੁੜੀ ਨਹੀਂ ਰਹੀ। ਸੁਰਤ ਨੂੰ ਸ਼ਬਦ ਨੇ ਅੰਦਰ ਲੈ ਜਾਣਾ ਹੈ, ਪਰ ਸ਼ਬਦ ਤਾਂ ਚੱਲ ਰਿਹਾ, ਸੁਰਤ ਕਿਤੇ ਹੋਰ ਲੱਗੀ ਹੋਈ ਹੈ। ਜਿਸ ਦਿਨ ਸ਼ਬਦ ਤੇ ਸੁਰਤ ਦਾ ਸੁਮੇਲ ਹੋ ਜਾਏਗਾ ਨਾ, ਉਸ ਦਿਨ ਫਿਰ ਅਸੀਂ ਅੰਦਰ ਦਾ ਸਫ਼ਰ ਕਰਾਂਗੇ, ਬਾਹਰ ਦਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਕੀ ਆਖਿਆ? ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸ਼ਬਦ ਗੁਰੂ ਨਹੀਂ ਬਣ ਰਿਹਾ ਤੇ ਸੁਰਤ ਚੇਲਾ ਨਹੀਂ ਬਣਦੀ, ਤੇ ਗੱਲ ਕਿੱਥੇ ਬਣਨੀ ਹੈ?
ਸ਼ਬਦ ਸਾਨੂੰ ਬਾਹਰ ਜਾਣ ਹੀ ਨਹੀਂ ਦਿੰਦਾ। ਸ਼ਬਦ ਕਹਿੰਦਾ ਕਾਹੇ ਰੇ ਬਨ ਖੋਜਨ ਜਾਈ। ਕਾਹੇ ਕਿਉਂ? ਕੀ ਲੋੜ ਪਈ ਹੈ ਬਨ ਵਿੱਚ, ਬਨ ਜੰਗਲ ਵਿੱਚ ਜਾਣ ਦੀ ਕੀ ਲੋੜ ਪਈ ਹੈ? ਜੇ ਉਹ ਅੰਦਰ ਨਾ ਹੋਵੇ ਫਿਰ ਤਾਂ ਬਾਹਰ ਲੱਭੀਏ ਆਪਾਂ, ਜਦ ਕਿ ਉਹ ਹੈ ਹੀ ਅੰਦਰ ਹੈ ਸਾਡੇ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜਿਵੇਂ ਕਬੀਰ ਜੀ ਦਾ ਵਚਨ ਤੁਹਾਡੇ ਨਾਲ ਬੜੀ ਵਾਰੀ ਸਾਂਝਾ ਕੀਤਾ। ਕਬੀਰ ਜੀ ਕਹਿੰਦੇ ਉੱਚੀ ਉੱਚੀ ਮੰਗ ਦੇਣ ਦੀ ਕੀ ਲੋੜ ਹੈ? ਉਹ ਵੀ ਦੂਰ ਥੋੜੀ ਬੈਠਾ ਹੈ, ਉਹ ਤਾਂ ਬਿਲਕੁਲ ਦਿਲ ਦੇ ਕਰੀਬ ਹੈ, ਅੰਦਰ ਦੇਖਣਾ ਪੈਣਾ ਹੈ। ਅਸੀਂ ਉਹਨੂੰ ਬਾਹਰ ਉੱਚੀ ਉੱਚੀ ਪੁਕਾਰ ਰਹੇ ਹਾਂ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਦਿਲ ਦੇ ਅੰਦਰ ਵੇਖ, ਪਰ ਦਿਲ ਦੇ ਅੰਦਰ ਕਿਵੇਂ ਵੇਖੀਏ? ਮਨ ਨੇ ਤਾਂ ਹਨੇਰਾ ਕੀਤਾ ਪਿਆ, ਮਨ ਨੇ ਤਾਂ ਅੰਦਰ ਮਸਿਆ ਦੀ ਕਾਲੀ ਰਾਤ ਬਣਾਈ ਪਈ ਹੈ, ਦਿਸਦਾ ਕੁਝ ਨਹੀਂ ਪਿਆ। ਹੁਣ ਉਹ ਹਨੇਰਾ ਕਿਵੇਂ ਦੂਰ ਹੋਏਗਾ? ਗੁਰਬਾਣੀ ਦੀ ਰੋਸ਼ਨੀ ਵਿੱਚ। ਬਾਹਰੋਂ ਜਿਹੜਾ ਇਹ ਸੂਰਜ ਹੈ ਇਹਨੇ ਚਾਨਣ ਸਾਡੇ ਮਨਾਂ ਵਿੱਚ ਨਹੀਂ ਕਰਨਾ, ਇਹ ਕਮਰਿਆਂ ਵਿੱਚ ਕਰ ਸਕਦਾ ਹੈ, ਇਹ ਬ੍ਰਹਿਮੰਡ ਵਿੱਚ ਕਰ ਸਕਦਾ ਹੈ, ਪਰ ਸਾਡੇ ਅੰਦਰ ਨਹੀਂ। ਸਾਡੇ ਅੰਦਰ ਚਾਨਣ ਹੋਣਾ ਗੁਰਬਾਣੀ ਦਾ, ਸ਼ਬਦ ਦਾ ਪ੍ਰਕਾਸ਼। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨੂੰ ਸਮਝਾਉਂਦੇ ਆ, ਕਹਿੰਦੇ ਅਸਨ ਬਸਨ ਦੇ ਕੇ ਭੀਤਰ। ਸਾਡਾ ਜਿਹੜਾ ਆਸਨ ਹੈ ਨਾ, ਜਿੱਥੇ ਅਸੀਂ ਬੈਠਦੇ ਹਾਂ, ਉਹ ਭੀਤਰ ਹੈ ਦੇ ਨਾਮ ਸੋ ਭੋਜਨ ਜਾਨ ਹਮਾਰਾ। ਤੇ ਸਾਡਾ ਭੋਜਨ ਕਿਹੜਾ ਹੈ? ਪਰਮੇਸ਼ਵਰ ਦਾ ਨਾਮ। ਤੇ ਸਾਨੂੰ ਵੀ ਉਹੀ ਦਿੱਤਾ ਮਹਾਰਾਜ ਨੇ। ਇਹ ਨਹੀਂ ਕਿ ਗੁਰੂ ਨਾਨਕ ਜੀ ਭੋਜਨ ਹੋਰ ਖਾਂਦੇ ਰਹੇ ਤੇ ਸਾਨੂੰ ਹੋਰ ਖਵਾਉਂਦੇ ਆ, ਨਹੀਂ। ਸਾਨੂੰ ਵੀ ਕਹਿੰਦੇ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਸਾਨੂੰ ਵੀ ਕਹਿੰਦੇ ਆ ਖਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਮਰੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਖਾਲ ਹੈ, ਇਹਦੇ ਵਿੱਚ ਨਾਮ ਦਾ ਗੁਰਬਾਣੀ ਦਾ ਭੋਜਨ ਪਰੋਸਿਆ, ਆਓ ਤੇ ਆ ਕੇ ਛਕ ਲਓ। ਤਿਆਰ ਕੀਤਾ ਪਿਆ ਭੋਜਨ, ਤਿਆਰ ਕੀਤਾ, ਬਸ ਅਸੀਂ ਛਕਣਾ ਹੀ ਹੈ। ਪਰ ਔਖਾ ਕੀ ਹੈ? ਭੋਜਨ ਤਿਆਰ ਕੀਤਾ ਵੀ ਛਕਿਆ ਨਹੀਂ ਜਾਂਦਾ ਸਾਡੇ ਤੋਂ। ਇਹ ਸੁਰਤ ਕਰਕੇ ਛਕਣਾ ਹੈ ਤੇ ਸੁਰਤ ਕਰਕੇ ਛਕ ਨਹੀਂ ਪਾ ਰਹੇ ਹਾਂ। ਅੱਜ ਦੇ ਸਿਸਟਮ ਹੀ ਇਦਾਂ ਦਾ, ਜਦੋਂ ਵੀ ਭੋਜਨ ਦੀ ਗੱਲ ਆਏਗੀ ਨਾ ਤੇ ਜ਼ਰੂਰ ਹੱਥ ਜੋੜ ਕੇ ਬੇਨਤੀ ਕੀਤੀ ਜਾਏਗੀ। ਅੱਜ ਤੇ ਅਸੀਂ ਸਿਸਟਮ ਹੀ ਇਦਾਂ ਦਾ ਬਣਾ ਲਿਆ ਕਿ ਬਾਹਰ ਸਟਾਲ ਹੀ ਇੰਨੇ ਲੱਗੇ ਹੁੰਦੇ ਆ ਕਿ ਜਦੋਂ ਭੋਜਨ ਨਾਮ ਦੀ ਗੱਲ ਆਉਂਦੀ ਉਦੋਂ ਸਮਾਂ ਹੀ ਖਤਮ ਹੋ ਜਾਂਦਾ। ਕਿਉਂਕਿ ਬਾਹਰ ਦੇ ਸਟਾਲ ਹੀ ਸਾਨੂੰ ਉਲਝਾ ਦਿੰਦੇ ਆ, ਇੰਨਾ ਉਲਝ ਜਾਂਦੇ ਆ। ਅੰਦਰ ਕੀਰਤਨ ਵੀ ਹੋ ਗਿਆ, ਪਾਠ ਵੀ ਹੋ ਗਿਆ, ਅਰਦਾਸ ਵੀ ਹੋ ਗਈ, ਹੁਕਮ ਵੀ ਹੋ ਗਿਆ। ਜਦੋਂ ਅਸੀਂ ਅੰਦਰ ਐਂਟਰੀ ਕਰਦੇ ਹਾਂ ਉਦੋਂ ਤੇ ਭੋਜਨ ਵਰਤ ਗਿਆ ਹੁੰਦਾ, ਕਿਉਂਕਿ ਬਾਹਰ ਦੇ ਸਟਾਲ ਹੀ ਸਾਨੂੰ ਉਲਝਾ ਕੇ ਉੱਥੇ ਰੋਕ ਲਿਆ। ਜਦ ਕਿ ਅਸੀਂ ਉਹਨਾਂ ਵਿੱਚੋਂ ਨਿਕਲ ਕੇ ਆਹ ਭੋਜਨ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ ਦੀ ਖੇਡ ਬਣਾਉਣੀ ਸੀ, ਜਿਹਨੇ ਸਾਡੇ ਦੁੱਖ ਮਿਟਾਉਣੇ ਆ, ਸਾਡੇ ਰੋਗ ਕੱਟਣੇ ਆ, ਸਾਡੇ ਕਲਾ ਕਲੇਸ਼ ਨੂੰ ਮੁਕਾਉਣਾ ਸੀ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧ ਜੋਗੀ ਸਾਡਾ ਭੋਜਨ ਪਰਮੇਸ਼ਵਰ ਦਾ ਨਾਮ ਹੈ। ਜੀਰੋ ਕੀ ਮਾਤਨ ਪੇ ਪੈਰੇ ਸੁਟ ਸਹਿਜਟ ਸੀਦਾ ਸਮੇਂ ਬਰਦਵਾਰਾ। ਮਾਰੇ ਕਹਿੰਦੇ ਜਿਹੜਾ ਕੱਪੜਾ ਹੈ ਨਾ, ਕੱਪੜਾ ਉਹ ਖੇਮਾ ਦਾ ਅਸੀਂ ਬੰਨਿਆ ਹੋਇਆ। ਜਿਹੜਾ ਖੇਮਾ ਵਾਲਾ ਗੁਣ ਹੈ, ਕਹਿੰਦੇ ਕਿਸੇ ਗੱਲ ਨੂੰ ਜਿਹੜਾ ਉਹ ਜਰ ਲੈਣਾ, ਸਹਾਰ ਲੈਣਾ, ਕਿਸੇ ਦੀ ਗੱਲ ਨੂੰ ਸਹਾਰ ਲੈਣਾ, ਜਾਂ ਖੇਮਾ ਵਾਲਾ ਗੁਣ ਜਿਹੜਾ ਉਹ ਸਾਡੇ ਲਈ ਕੱਪੜਾ ਹੈ, ਤਨ ਤੇ ਪਹਿਰਿਆ ਹੋਇਆ। ਔਰ ਸਭ ਕਹਿੰਦੇ ਜਿਹੜੀ ਸਾਡੀ ਸੇਜ ਹੈ ਨਾ, ਸੇਜ ਜਿਵੇਂ ਆਖਿਆ ਸੀ, ਤੁਹਾਡੀ ਸੇਜਾ ਕਿਹੜੀ ਹੈ? ਡਾਈ ਹੋਈ, ਜਿਹਦੇ ਤੋਂ ਤੁਸੀਂ ਵਿਸ਼ਰਾਮ ਕਰਦੇ ਹੋ। ਮਹਾਰਾਜ ਜੀ ਕਹਿੰਦੇ ਉਹ ਹੈ ਦਸਮ ਦੁਆਰ। ਅਸੀਂ ਦਸਮ ਦੁਆਰ ਨੂੰ ਆਪਣੀ ਸੇਜ ਬਣਾਇਆ। ਜਦੋਂ ਅਸੀਂ ਸੁਰਤ ਕਰਕੇ ਆਰਾਮ ਕਰਦੇ ਹਾਂ ਤੇ ਅਸੀਂ ਦਸਮ ਦੁਆਰ ਵਿੱਚ ਕਰਦੇ ਹਾਂ, ਆਤਮਿਕ ਤਲ ਤੇ। ਸਾਡਾ ਜਿਹੜਾ ਆਰਾਮ ਵਿਸ਼ਰਾਮ ਹੈ ਉਹ ਆਤਮਿਕ ਤਲ ਤੇ ਹੈ। ਚਰਪਟ ਖਟਪਟ ਮਿਟੇ ਕੱਟ ਤਟਪਟ ਗੋਰਖ ਕੇ ਸਟਪਟ ਬੈਠ ਕੇ ਉਚਰੀਆ। ਬੜੇ ਕਮਾਲ ਦੇ ਬੋਲ ਕਵੀ ਜੀ ਨੇ ਵਿਚਾਰੇ, ਔਰ ਆਖੇ ਵੀ ਚਰਪਟ ਬਾਰੇ ਨੇ, ਕਿਉਂਕਿ ਉਹ ਚਰਪਟ ਖਟਪਟ ਕਹਿੰਦੇ ਚਰਪਟ ਜਿਹੜਾ ਸੀ ਆਇਆ, ਜਿੰਨੀ ਛੇਤੀ ਆਇਆ ਸੀ ਨਾ, ਮਹਾਰਾਜ ਨੇ ਉਨਾ ਹੀ ਝਟਪਟ ਇਹਦੇ ਅੰਦਰ ਦੀ ਸ਼ੰਕਾ ਮਿਟਾ ਦਿੱਤੀ। ਜਿਹੜੇ ਇਹਨੇ ਸਵਾਲ ਕੀਤੇ ਸੀ ਉਸੇ ਵੇਲੇ ਜਵਾਬ ਦੇ ਦਿੱਤੇ। ਚਰਪਟ ਖਟਪਟ ਮਿਟੀ ਘਟਪਟ, ਕਹਿੰਦੇ ਉਹਦੇ ਅੰਦਰ ਦੀ ਸਾਰੀ ਸ਼ੰਕਾ ਉਸੇ ਵੇਲੇ ਝਟਪਟ ਹੀ ਮਿਟਾ ਦਿੱਤੀ। ਬਹੁਤਾ ਸਮਾਂ ਨਹੀਂ ਲੱਗਾ, ਜਿਵੇਂ ਆਇਆ ਸੀ ਉਵੇਂ ਹੀ ਵਾਪਸ ਮਹਾਰਾਜ ਨੇ ਤੋੜ ਦਿੱਤਾ। ਇਹਨੂੰ ਬਹੁਤਾ ਇੱਥੇ ਬੈਠਣ ਹੀ ਨਹੀਂ ਦਿੱਤਾ। ਚਰਪਟ ਖਟਪਟ ਮਿਟੀ ਘਟਪਟ ਤਟ ਗੋਰਖ ਕੇ ਸਟਪਟ, ਸਟਪਟ ਨੇ ਉਸੇ ਵੇਲੇ ਵਾਪਸ। ਕਹਿੰਦੇ ਜਿੰਨੀ ਹੰਕਾਰ ਦੇ ਵਿੱਚ ਤੇਜ਼ੀ ਨਾਲ ਆਇਆ ਉਨਾ ਹੀ ਤੇਜ਼ੀ ਨਾਲ ਵਾਪਸ ਗੋਰਖਨਾਥ ਦੇ ਕੋਲ ਪਹੁੰਚ ਗਿਆ। ਪੂਰਨ ਵੀ ਕਟਨੇ ਜਾਨੋ ਤੱਕ ਕੱਟ ਕੇ ਸੇ ਕਹੂ ਵੀ ਤੇ ਲਟਨੇ ਟਰਤ ਨਾ ਟਰਿਆ। ਜਾ ਕੇ ਕਹਿੰਦਾ ਗੁਰੂ ਗੋਰਖਨਾਥ ਕਿਸੇ ਵੀ ਤਰ੍ਹਾਂ ਨਾਨਕ ਜੀ ਨੂੰ ਟਾਲਿਆ ਨਹੀਂ ਜਾ ਸਕਦਾ, ਕਿਸੇ ਤਰ੍ਹਾਂ ਵੀ ਤੇਰੇ ਅੱਗੇ ਲਿਆ ਕੇ ਝੁਕਾਇਆ ਨਹੀਂ ਜਾ ਸਕਦਾ, ਕਿਸੇ ਵੀ ਪ੍ਰਕਾਰ ਦੇ ਵਿੱਚ ਉਹਨਾਂ ਨੂੰ ਨੀਵਾਂ ਨਹੀਂ ਦਿਖਾਇਆ ਜਾ ਸਕਦਾ। ਚਰਪਟ ਆ ਕੇ ਕਹਿੰਦਾ ਵੀ ਗੋਰਖਨਾਥ ਜਿਹੜਾ ਸਾਡੇ ਮਨ ਵਿੱਚੋਂ ਭਰਮ ਮਿਟਦਾ ਹੈ, ਤੂੰ ਵੀ ਆਪਣੇ ਮਨ ਚੋਂ ਮਿਟਾਵੇਂ। ਜਿਹੜੀ ਗੱਲ ਸਾਨੂੰ ਸਮਝ ਆ ਰਹੀ ਹੈ, ਜਿੰਨਾ ਜਲਦੀ ਹੋ ਸਕੇ ਤੂੰ ਵੀ ਉਨੀ ਗੱਲ ਜਲਦੀ ਸਮਝ ਲੈ ਕਿ ਨਾਨਕ ਜੀ ਨੂੰ ਨਹੀਂ ਝੁਕਾਇਆ ਜਾ ਸਕਦਾ ਹੈ, ਨਾਨਕ ਜੀ ਨੂੰ ਨੀਵਾਂ ਨਹੀਂ ਦਿਖਾਇਆ ਜਾ ਸਕਦਾ ਹੈ, ਆਪਣੀਆਂ ਗੱਲਾਂ ਵਿੱਚ ਉਲਝਾਇਆ ਨਹੀਂ ਜਾ ਸਕਦਾ। ਇੱਕ ਬੇਨਤੀ ਕਰਾਂ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦੇ ਜਾਂ ਜਿਹੜੇ ਗੁਰਬਾਣੀ ਨੂੰ ਸਮਝਦੇ ਆ, ਉਹਨੂੰ ਦੁਨੀਆ ਦੀ ਕੋਈ ਵੀ ਲੋਕ ਆਪਣੀਆਂ ਗੱਲਾਂ 'ਚ ਉਲਝਾ ਨਹੀਂ ਸਕਦੇ। ਖਾਸ ਕਰਕੇ ਆ ਜਿਹੜੇ ਤੰਤਰ ਮੰਤਰ ਜੰਤਰ ਵਾਲੇ ਆ ਨਾ, ਇਹ ਉਹਨਾਂ ਨੂੰ ਉਲਝਾ ਨਹੀਂ ਸਕਦੇ। ਜਿਹੜੇ ਗੁਰਬਾਣੀ ਨੂੰ ਸਮਝਣ ਵਾਲੇ ਆ ਨਹੀਂ ਉਲਝਾ ਸਕਦੇ। ਜਿੰਨਾ ਮਰਜ਼ੀ ਯਤਨ ਕਰ ਲੈਣ, ਕੋਸ਼ਿਸ਼ਾਂ ਕਰ ਲੈਣ, ਉਹ ਉਲਝਾ ਹੀ ਨਹੀਂ ਸਕਣਗੇ, ਕਿਉਂਕਿ ਗੁਰਬਾਣੀ ਵਿੱਚ ਗਿਆਨ ਹੀ ਇੰਨਾ ਹੈ। ਪਰ ਉਹ ਵੱਖਰੀ ਗੱਲ ਹੈ ਕਿ ਅਸੀਂ ਗਿਆਨ ਲੈਣਾ ਨਹੀਂ ਚਾਹੁੰਦੇ, ਦੀਵਾ ਬਾਲਣਾ ਚਾਹੁੰਦੇ ਆ ਪਰ ਰੋਸ਼ਨੀ ਨਹੀਂ ਲੈਣਾ ਚਾਹੁੰਦੇ। ਅਸੀਂ ਗੁਰਬਾਣੀ ਪੜ੍ਹਨਾ ਚਾਹੁੰਦੇ ਆ ਪਰ ਗੁਰਬਾਣੀ ਵਾਲਾ ਗਿਆਨ ਨਹੀਂ ਲੈਣਾ ਚਾਹੁੰਦੇ। ਜਦੋਂ ਗਿਆਨ ਲਵਾਂਗੇ ਗੱਲ ਤਾਂ ਬਣਨੀ ਹੈ। ਇਸ ਲਈ ਕਹਿੰਦੇ ਨੇ ਉਹਨੇ ਜਾ ਕੇ ਆਖਿਆ ਵੀ ਚਰਪਟ ਨੇ, ਗੋਰਖਨਾਥ ਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਟਾਲਿਆ ਜਾ ਸਕਦਾ, ਉਹਨਾਂ ਨੂੰ ਅੱਗੇ ਵਧਣ ਤੋਂ ਨਹੀਂ ਰੋਕਿਆ ਜਾ ਸਕਦਾ, ਉਹਨਾਂ ਨੂੰ ਤੇਰੇ ਚਰਨਾਂ ਵਿੱਚ ਲਿਆ ਕੇ ਨਹੀਂ ਜਿਹੜਾ ਉਹ ਝੁਕਾਇਆ ਜਾ ਸਕਦਾ। ਚਗਰ ਸੁਨਤ ਮਨ ਕਾਇ ਕੇ ਤਮਕ ਕਹਿ ਕੈਸੋ ਮਾਈ ਮੁੰਡਾ ਦੇ ਆਈ ਸਨਿਹਾਰਿਆ। ਉਸੇ ਵੇਲੇ ਝੰਗਰ ਨਾਮ ਦਾ ਜੋਗੀ ਉੱਠਿਆ, ਕਹਿਣ ਲੱਗਾ ਚਰਪਟ ਜੋਗੀ ਨੂੰ ਵੀ ਤੂੰ ਕੀ ਕਹਿਣਾ? ਮੈਂ ਵੇਖਦਾ ਉਸ ਮਾਈ ਮੁੰਡੇ ਨੂੰ। ਇਹਨਾਂ ਦੀ ਬੋਲੀ ਸੀ, ਕਹਿੰਦਾ ਮੈਂ ਦੇਖਦਾ ਉਸ ਮਾਈ ਮੁੰਡੇ ਨੂੰ ਤੇ ਕਿਵੇਂ ਨਹੀਂ ਉਹ ਝੁਕਦਾ, ਜਾਂ ਕਿਵੇਂ ਗੋਰਖਨਾਥ ਗੁਰੂ ਜੀ ਅੱਗੇ ਆ ਕੇ ਆਪਣਾ ਸਿਰ ਕਿਵੇਂ ਨਹੀਂ ਨਵਾਉਂਦਾ। ਝੰਗਰ ਸੁਨਤ ਮਨ ਖਾਏ ਕੇ ਤਮਕ, ਭਾਵ ਕਿ ਕ੍ਰੋਧ ਵਿੱਚ, ਗੁੱਸੇ ਵਿੱਚ ਆ ਕੇ। ਜਿਹਦੇ ਅੰਦਰ ਹੰਕਾਰ ਹੋਏਗਾ ਕ੍ਰੋਧ ਵੀ ਉਹਦੇ ਅੰਦਰ ਹੀ ਹੋਏਗਾ, ਜਿਹਦੇ ਅੰਦਰ ਹੰਕਾਰ ਨਹੀਂ ਹੈ ਉਹਦੇ ਅੰਦਰ ਕ੍ਰੋਧ ਵੀ ਨਹੀਂ ਆਏਗਾ। ਕਹਿੰਦੇ ਇਹ ਹੰਕਾਰ ਨਾਲ ਭਰਿਆ ਹੋਇਆ ਗੁੱਸੇ ਵਿੱਚ ਆ ਕੇ ਕਹਿੰਦਾ ਕੈਸੇ ਮਾਈ ਮੁੰਡੋ ਦਿਓ ਆਇਸ ਨਿਹਾਰੀਆ। ਗੋਰਖਨਾਥ ਗੁਰੂ ਜੀ ਮੈਨੂੰ ਆਇਸ ਹੁਕਮ ਦਿਓ, ਮੈਂ ਜਾ ਕੇ ਉਸ ਮਾਈ ਮੁੰਡੇ ਨੂੰ ਵੇਖਦਾ ਹਾਂ। ਖਿੰਡ ਮਾਹੇ ਆਏ ਬੈਠ ਬਚਨ ਅਲਾਏ ਤੇ ਨਾ ਬਿਨਾ ਦੂਤ ਬਾਰ ਕੇ ਕੋ ਕੈਸੇ ਪ੍ਰਿਤ ਪਾਰੀਐ। ਆ ਗਿਆ ਉਸੇ ਵੇਲੇ ਗੋਰਖਨਾਥ ਨੇ ਆਖਿਆ ਵੀ ਜਾਂ ਤੂੰ ਜਾ ਕੇ ਆਪਣੇ ਬੋਲਾਂ ਦੇ ਰਾਹੀਂ ਉਲਝਾ ਕੇ ਮੇਰੇ ਕੋਲ ਲੈ ਕੇ ਆ। ਚਲਾ ਗਿਆ। ਉਸੇ ਵੇਲੇ ਜਾਂਦਿਆਂ ਸਾਰੀ ਕਹਿੰਦੇ ਹੰਕਾਰ ਨਾਲ ਭਰਿਆ ਤੇ ਗੁੱਸੇ ਦੇ ਬੋਲਾਂ ਦੇ ਵਿੱਚ ਆ ਕੇ ਕਹਿੰਦਾ ਉਹ ਮਾਈ ਮੁੰਡੇ ਬਾਲਗ ਨੂੰ ਦੁੱਧ ਤੋਂ ਬਿਨਾ ਕਿਵੇਂ ਪਾਲਿਆ ਜਾ ਸਕਦਾ? ਬੱਚੇ ਨੂੰ ਦੁੱਧ ਤੋਂ ਬਿਨਾ ਕਿਵੇਂ ਪਾਲਿਆ ਜਾ ਸਕਦਾ ਹੈ? ਕੌਣ ਨਾਮ ਕਿਤ ਜਾਓਗੇ ਰਹੇ ਕੌਣ ਦੇਸ਼? ਕਹਿੰਦੇ ਕੌਣ ਨਾਮ? ਕੀ ਹੈ ਤੁਹਾਡਾ ਨਾਮ? ਕਿਸ ਪਾਸੇ ਜਾਓਗੇ? ਕਿਹੜੇ ਦੇਸ਼ ਵਿੱਚ ਰਹਿੰਦੇ ਹੋ? ਝਗਰੇ ਬੂਝਤੇ ਕੋ ਬਾਨ ਤੁਮਰਾ ਭੇਸ। ਝੰਗਰ ਬੂਝੇ, ਝੰਗਰਨਾਥ ਜਿਹੜਾ ਜੋਗੀ ਹੈ ਇਹ ਪੁੱਛਦਾ ਹੈ, ਕਹਿੰਦੇ ਤੁਹਾਡਾ ਭੇਸ ਕਿਹੜਾ ਹੈ? ਇਹ ਵੀ ਆਪ ਜੀ ਨਾਲ ਇੱਕ ਦਿਨ ਸਾਂਝ ਪਾਈ ਸੀ। ਇੱਕ ਵੇਸ ਹੁੰਦਾ, ਇੱਕ ਭੇਸ ਹੁੰਦਾ। ਭੇਖ ਬਾਹਰਲਾ ਹੈ, ਭੇਸ ਬਾਹਰ ਦਾ ਹੈ ਤੇ ਵੇਸ ਅੰਦਰ ਦਾ ਹੁੰਦਾ। ਅਸੀਂ ਭੇਖ ਤਾਂ ਬਦਲ ਸਕਦੇ ਹਾਂ, ਜੇ ਸਾਡੇ ਹੱਥ ਵਿੱਚ ਹੈ ਅਸੀਂ ਭੇਖ ਬਦਲ ਸਕਦੇ ਹਾਂ, ਜਿੱਦਾਂ ਦਾ ਮਰਜ਼ੀ ਬਣਾ ਲਓ, ਪਰ ਵੇਸ ਤਾਂ ਅੰਦਰ ਬਣੇਗਾ ਜੇ ਉਸ ਮਾਲਕ ਦੀ ਕਿਰਪਾ ਹੋਏਗੀ। ਬਾਹਰੋਂ ਤਾਂ ਨਿਰਮਲ ਹੋਣਾ ਬੜਾ ਸੌਖਾ ਹੈ, ਪਰ ਅੰਦਰੋਂ ਨਿਰਮਲ ਹੋਣਾ ਉਨਾ ਹੀ ਔਖਾ ਹੈ।
ਬਾਹਰੋਂ ਆਪਣੇ ਆਪ ਨੂੰ ਪਵਿੱਤਰ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰਨਾ ਬੜਾ ਸੌਖਾ ਹੈ, ਪਰ ਅੰਦਰੋਂ ਪਵਿੱਤਰ ਤਾਂ ਹੋਵਾਂਗੇ ਜੇ ਉਸ ਮਾਲਕ ਦੀ ਕਿਰਪਾ ਹੋਏਗੀ। ਨਹੀਂ ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਉਂ ਕਹਿਣਾ ਸੀ ਕਿ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇਨੀ ਜਨਮ ਜੁਏ ਹਾਰਿਆ। ਜਿਵੇਂ ਅਸੀਂ ਕਥਨ ਵਿੱਚ ਕਰਨਾ ਤੇ ਬੜਾ ਔਖਾ ਹੈ, ਪਰ ਕਰਨੀ ਵਿੱਚ ਲਿਆਉਣਾ ਬੜਾ ਔਖਾ ਹੈ। ਕਥਨ ਵਿੱਚ ਤੇ ਅਸੀਂ ਰੱਬ ਨੂੰ ਪਤਾ ਨਹੀਂ ਕਿੰਨੀ ਵਾਰ ਪਾਲਿਆ ਹੋਵੇਗਾ, ਪਰ ਕਰਨੀ ਦੇ ਵਿੱਚ ਤਾਂ ਇੱਕ ਵਾਰੀ ਵੀ ਨਹੀਂ ਉਹਦੇ ਦੀਦਾਰ ਹੋਏ। ਕਥਨੀ ਹੋਰ ਤੇ ਕਰਨੀ ਹੋਰ ਹੈ। ਕਥਨੀ ਵਿੱਚ ਅਸੀਂ ਬੜੇ ਮਹਾਨ ਬਣ ਜਾਵਾਂਗੇ, ਪਰ ਜਦੋਂ ਕਰਨੀ ਵੇਖਾਂਗੇ ਤੇ ਕੁਝ ਹੋਰ ਹੀ ਨਿਕਲਦਾ ਹੈ। ਇਸ ਲਈ ਮਹਾਰਾਜ ਨੇ ਪ੍ਰਵਾਨ ਹੀ ਨਹੀਂ ਕੀਤਾ। ਮਹਾਰਾਜ ਕਹਿੰਦੇ ਜਿਹਦੀ ਕਥਨੀ ਹੋਰ ਕਰਨੀ ਹੋਰ ਹੈ, ਉਹ ਸਚਿਆਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ, ਉਹ ਸੱਚ ਦੇ ਖਜ਼ਾਨੇ ਵਿੱਚ ਨਹੀਂ ਰਲ ਸਕਦਾ। ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ, ਉਹ ਕੱਚੇ ਅਖਵਾਉਂਦੇ ਆ, ਸੱਚੇ ਨਹੀਂ। ਇੱਥੇ ਇਹਨੇ ਆਖਿਆ ਵੀ ਤੁਹਾਡਾ ਭੇਸ ਜਿਹੜਾ ਉਹ ਕਿਹੜਾ ਹੈ, ਤੁਸੀਂ ਇਹ ਦੱਸੋ ਨਾਮ ਕੀ ਹੈ, ਕਿੱਥੇ ਜਾਓਗੇ, ਦੇਸ਼ ਕਿਹੜਾ ਹੈ, ਬੱਚੇ ਨੂੰ ਦੁੱਧ ਤੋਂ ਬਿਨਾਂ ਕਿਵੇਂ ਪਾਲਿਆ ਜਾ ਸਕਦਾ ਹੈ, ਇਹ ਸਵਾਲ ਕੀਤੇ ਹਨ। ਪੋਦੂ ਸੁਨੋ ਕਮ ਨਾਨਕ ਨਾਮ ਲਗੀ ਲਿਪਤੇ ਗੁਰ ਬਾਰਿਕ ਪਾਰਾ। ਇਸ ਵਾਰ ਮਹਾਰਾਜ ਨੇ ਪਤਾ ਕੀ ਆਖਿਆ, ਕਹਿੰਦੇ ਉਹ ਭੌਂਦੂ, ਇਸ ਤਰ੍ਹਾਂ ਗੁਰੂ ਨਾਨਕ ਜੀ ਨੇ ਆਖਿਆ, ਉਹਨੂੰ ਉਚਾਰਨ ਕਰਕੇ ਉਹਨੂੰ ਸੰਬੋਧਨ ਕੀਤਾ। ਜਾਂ ਕਹਿ ਲਓ ਕਿ ਉਹ ਬੁੱਧੂ, ਵੀ ਤੈਨੂੰ ਇੰਨੀ ਗੱਲ ਸਮਝ ਵਿੱਚ ਹੀ ਨਹੀਂ ਆਈ। ਸਾਹਿਬ ਜੀ ਕਹਿੰਦੇ ਸੁਣ, ਨਾਨਕ ਨਾਮ ਹਮਾਰਾ, ਮੇਰਾ ਨਾਮ ਨਾਨਕ ਹੈ। ਔਰ ਲਿਵ ਜਿਹੜੀ ਹੈ ਨਾ, ਲਿਵ, ਅਸੀਂ ਉਸ ਲਿਵ ਨਾਲ ਉਸ ਬਾਲਕ ਦੀ ਪਾਲਣਾ ਕਰਦੇ ਹਾਂ। ਲਿਵ ਸੁਰਤ ਨਾਲ ਹੀ। ਹੁਣ ਦੁੱਧ ਕੀ ਹੈ? ਦੁੱਧ ਅੰਮ੍ਰਿਤ ਹੈ, ਆ ਨਾਮ ਦੁੱਧ ਹੈ। ਇਸ ਦੁੱਧ ਨੂੰ ਕਿਵੇਂ ਪੀਓਗੇ ਤੁਸੀਂ? ਬਾਹਰ ਦਾ ਦੁੱਧ ਤੇ ਚਲੋ ਆਪਾਂ, ਹੁਣ ਬੱਚਾ ਜਿਹੜਾ ਜੰਮਿਆ ਸੀ ਉਹ ਜਨਮ ਹੁੰਦਿਆਂ ਉਹਦੀ ਮਾਤਾ ਚਲੀ ਗਈ, ਮਾਂ ਦੇ ਸੀਨੇ ਰਾਹੀਂ ਉਹਨੂੰ ਖੁਰਾਕ ਮਿਲਣੀ ਸੀ, ਪਰ ਮਾਤਾ ਤਾਂ ਰਹੀ ਨਹੀਂ ਖੁਰਾਕ। ਚਲੋ ਕੋਈ ਨਾ ਕੋਈ ਪ੍ਰਬੰਧ ਕਰਕੇ ਬੱਚੇ ਨੂੰ ਦੁੱਧ ਆਪਾਂ ਪਿਆ ਹੀ ਦਿੰਦੇ ਆ, ਕੋਈ ਹੋਰ ਤਰੀਕਾ ਜੁਗਤੀ ਬਣਾ ਕੇ। ਪਰ ਸਾਹਿਬ ਕਹਿੰਦੇ ਜਿਹੜੀ ਤੇਰੇ ਮਤ ਨੇ ਜਾਂ ਤੇਰੇ ਮਨ ਨੇ ਆ ਗੁਰਬਾਣੀ ਦਾ ਅੰਮ੍ਰਿਤ ਵਰਗਾ ਦੁੱਧ ਪੀਣਾ, ਉਹ ਕਿਵੇਂ ਪੀਵਾਂਗੇ ਆਪਾਂ? ਉਹ ਆ ਮੂੰਹ ਰਾਹੀਂ ਤਾਂ ਪੀਤਾ ਨਹੀਂ ਜਾਣਾ। ਉਹ ਕਿਵੇਂ ਪੀਵਾਂਗੇ? ਉਹ ਸੁਰਤ ਨਾਲ ਪੀਤਾ ਜਾਣਾ। ਜਿਹੜਾ ਇਹ ਦੁੱਧ ਪੀਣਾ ਨਾ ਗੁਰਬਾਣੀ ਵਾਲਾ, ਨਾਮ ਵਾਲਾ, ਇਹ ਪੀਤਾ ਜਾਣਾ ਸੁਰਤ ਨਾਲ। ਤੇ ਜੇ ਸੁਰਤ ਨਹੀਂ ਹੋਏਗੀ, ਤੁਸੀਂ ਆ ਅੰਮ੍ਰਿਤ ਵਰਗਾ ਦੁੱਧ ਨਹੀਂ ਪੀ ਸਕਦੇ, ਤੁਸੀਂ ਨਾਮ ਦਾ ਰਸ ਨਹੀਂ ਪੀ ਸਕਦੇ, ਜੇ ਤੁਹਾਡੀ ਸੁਰਤ ਨਹੀਂ। ਇਹ ਸੁਰਤ ਨਾਲ ਪੀਤਾ ਜਾਣਾ। ਇਸ ਲਈ ਮਹਾਰਾਜ ਜੀ ਕਹਿੰਦੇ ਲਿਵ ਲੱਗੀ ਲਿਵ ਤੇ ਗੁਰ ਬਾਰਿਕ ਪਾਰਾ। ਜਿਹੜੀ ਅੰਦਰ ਲਿਵ ਲੱਗੀ ਹੈ ਨਾ, ਅਸੀਂ ਉਸ ਲਿਵ ਦੇ ਨਾਲ ਬਾਲਕ ਨੂੰ ਦੀ ਪਾਲਣਾ ਕਰਦੇ ਹਾਂ। ਕਾਜ ਜਹਾਤੇ ਜਾਵੇਂਗੇ ਨਗਰੀ ਸਿਵ ਦੇਸ਼ ਬਚਾਣਾ ਹਮਾਰਾ। ਕਹਿੰਦੇ ਸਾਡਾ ਜਿਹੜਾ ਉਹ ਜਾਣਾ ਹੈ ਸ਼ਿਵ ਦਾ ਅਰਥ ਹੈ ਅਕਾਲ ਪੁਰਖ ਪਰਮੇਸ਼ਵਰ। ਸ਼ਿਵ ਦਾ ਅਰਥ ਹੁੰਦਾ ਸ਼ਕਤੀ, ਪਾਵਰ। ਉਹ ਆਪਾਂ ਚੌਪਾਈ ਸਾਹਿਬ ਵਿੱਚ ਭਰਮ ਮਹਾਰਾਜ ਨੇ ਤੋੜਿਆ ਨਾ, ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ। ਨਿਰੰਕਾਰ ਦਾ ਭੇਦ ਨਹੀਂ ਅਸੀਂ ਜਾਣਦੇ, ਉਹਦਾ ਅਰਥ ਹੁੰਦਾ ਪਾਵਰ, ਤਾਕਤ। ਕਹਿੰਦੇ ਨੇ ਜਿਹੜਾ ਸਾਰੇ ਦੇਸ਼ ਦੀ ਪਾਵਰ ਰੱਖਣ ਵਾਲਾ, ਤਾਕਤ ਰੱਖਣ, ਜਾਂ ਸਾਰੀ ਦੁਨੀਆ ਦੀ ਤਾਕਤ ਜਿਹਦੇ ਹੱਥ ਵਿੱਚ ਹੈ। ਸਭ ਕਹਿੰਦੇ ਉਹ ਸਾਡਾ ਦੇਸ਼ ਹੈ, ਉੱਥੇ ਅਸੀਂ ਜਿਹੜਾ ਉਹ ਜਾਣਾ ਹੈ। ਭੁੱਲੇ ਸੇ ਗੋਰਖ ਉਤਮ ਪੰਥ ਤੇ ਬਦ ਵਧਾਏ ਕੇ ਮਨ ਪਾਰਾ। ਅਸੀਂ ਆਪਣੇ ਰਸਤੇ ਤੋਂ ਭੁੱਲੇ ਭਟਕੇ ਨਹੀਂ ਹੋਏ ਹਾਂ। ਤੇਰਾ ਗੁਰੂ ਗੋਰਖਨਾਥ ਆਪਣੇ ਰਸਤੇ ਤੋਂ ਭਟਕ ਚੁੱਕਾ ਹੈ, ਤੇ ਅਸੀਂ ਉਹਨੂੰ ਭੁੱਲੇ ਹੋਏ ਨੂੰ, ਭਟਕੇ ਹੋਏ ਨੂੰ ਸਿੱਧਾ ਮਾਰਗ ਦਿਖਾਉਣ ਵਾਸਤੇ ਆਏ ਹਾਂ। ਸਭ ਕਹਿੰਦੇ ਭੁੱਲੇ ਸੋ ਗੋਰਖ ਉਤਮ ਪੰਥ, ਜਿਹਨੂੰ ਤੁਸੀਂ ਆਪਣਾ ਉਤਮ ਪੰਥ ਮੰਨੀ ਬੈਠੇ ਹੋ, ਇਹ ਜੋਗ ਮਤ ਵਾਲਾ। ਸਭ ਕਹਿੰਦੇ ਉਹ ਭੁੱਲਿਆ ਹੋਇਆ ਹੈ। ਔਦ ਵਧਾਏ ਕੋ ਮਾਨ ਅਪਾਰਾ। ਕਹਿੰਦੇ ਹੰਕਾਰ ਵੀ ਵਧਾ ਲਿਆ, ਔਦ ਮੈਨੇ ਉਮਰ ਵੀ ਵਧਾ ਲਈ। ਤੁਸੀਂ ਇਹ ਜਿਹੜੇ ਆਸਨ ਲਾ ਕੇ ਇੱਥੇ ਆਪਣੀਆਂ ਉਮਰ ਸਵਾਸਾਂ ਨੂੰ ਰੋਕ ਕੇ ਉਮਰ ਤਾਂ ਵਧਾਈ, ਪਰ ਉਮਰ ਦੇ ਨਾਲ ਮਾਣ ਵੀ ਵਧਾ ਲਿਆ, ਹੰਕਾਰ ਵੀ ਵਧਾ ਲਿਆ। ਜਾਂ ਤੇ ਹੁੰਦਾ ਨਾ ਵੀ ਉਮਰ ਵਧਾ ਲੈਂਦੇ ਤੇ ਹੰਕਾਰ ਘਟਾ ਲੈਂਦੇ, ਪਰ ਤੁਸੀਂ ਹਉਮੈ ਨੂੰ ਵੀ ਨਾਲ ਵਧਾ ਲਿਆ, ਤੇ ਨਿਰੰਕਾਰ ਕਿੱਥੋਂ ਮਿਲਣਾ ਸੀ? ਜਬ ਹਮ ਹੋਤੇ ਤਬ ਤੂੰ ਨਹੀਂ, ਜਿੰਨਾ ਚਿਰ ਹਮ ਅੰਦਰ ਮੈਂ ਭਰੀ ਪਈ ਹੈ, ਨਿਰੰਕਾਰ ਨਹੀਂ। ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਜਦੋਂ ਤੂੰ ਹੀ ਤੂੰ ਹੈ, ਅੰਦਰ ਮੈਂ ਖਤਮ ਹੋ ਗਈ। ਇਸ ਲਈ ਤੁਹਾਡਾ ਗੋਰਖਨਾਥ ਜਿਹੜਾ ਗੁਰੂ ਹੈ, ਉਹ ਆਪਣੇ ਰਸਤੇ ਤੋਂ ਖੁੰਝ ਗਿਆ ਹੈ, ਉਹ ਕੁਰਾਹੇ ਪਿਆ ਹੋਇਆ ਹੈ। ਉਮਰ ਵੀ ਵਧਾ ਲਈ ਤੇ ਮਾਣ ਵੀ ਵਧਾ ਲਿਆ। ਜੋ ਸੋ ਨਚ ਗਲੇ ਨਚਤ ਵੈ ਸੋ ਮੇਰੇ ਪੇ ਜਾਏ ਕੇ ਬੈਨ ਉਚਾਰਾ। ਮਹਾਰਾਜ ਜੀ ਕਹਿੰਦੇ ਉਹਨੂੰ ਆਖਿਆ ਚੰਗਰਨਾਥ ਨੂੰ, ਕਹਿਣ ਲੱਗੇ ਤੇਰੇ ਗੁਰੂ ਨੂੰ ਸਿੱਧੇ ਮਾਰਗ ਪਾਉਣ ਆਇਆ, ਤੇ ਤੂੰ ਉਹਦੇ ਅੱਗੇ ਸਾਨੂੰ ਝੁਕਾਉਣ ਲਈ ਆ ਗਿਆ। ਇਹ ਭਰਮ ਆਪਣੇ ਮਨ ਵਿੱਚੋਂ ਕੱਢ ਦੇ। ਅਸੀਂ ਆਪਣੀ ਸੁਰਤ ਨਾਲ ਬਾਲਕ ਨੂੰ ਪਾਲਦੇ ਹਾਂ, ਇਸ ਲਈ ਉਹਦੇ ਨਿਰੰਕਾਰ ਦੇ ਦੇਸ਼ ਜਿਹੜਾ ਹੈ ਉਹ ਜਾਣਾ ਸਾਡਾ ਮਕਸਦ ਹੈ। ਅਸੀਂ ਆਪਣੇ ਕਾਰਜ ਵਿੱਚ ਆਪਣੇ ਰਾਹ ਤੇ ਸਹੀ ਚੱਲ ਰਹੇ ਹਾਂ, ਅਸੀਂ ਨਹੀਂ ਭਟਕੇ ਹੋਏ, ਤੇਰਾ ਗੁਰੂ ਭਟਕਿਆ ਹੋਇਆ ਹੈ। ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵੱਡ ਬਾਕੀ ਪਾਇਆ। ਭੁੱਲੇ ਨੂੰ ਮਾਰਗ ਤੇ ਪਾਉਣ ਵਾਸਤੇ ਆਇਆ। ਜਦੋਂ ਕਹਿੰਦੇ ਇਹਨੇ ਇਹ ਚੰਗਰਨਾਥ ਨੇ ਗੱਲ ਸੁਣੀ, ਇਹ ਵੀ ਲੱਜਤ ਹੋ ਗਿਆ, ਸ਼ਰਮਸਾਰ ਹੋ ਗਿਆ। ਉਸੇ ਵੇਲੇ ਸ਼ਰਮਸਾਰ ਹੋ ਕੇ ਵਾਪਸ ਮੁੜ ਆਇਆ। ਤੋ ਜੁਗਤੀ ਕਰੇ ਨਾ ਅਟਕੇ ਤਤ ਕਾਲ ਹੀ ਉਤਰ ਦੇ ਤ ਬਤਾਈ। ਕਹਿੰਦੇ ਗੋਰਖਨਾਥ ਗੁਰੂ ਜੀ ਕੋਈ ਜੁਗਤੀ ਨਹੀਂ ਹੈ ਸਾਡੇ ਕੋਲ, ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਨਾਨਕ ਜੀ ਨੂੰ ਝੁਕਾਇਆ ਜਾ ਸਕੇ। ਤਤਕਾਲ ਹੀ ਉੱਤਰ ਦੇ ਬਤਾਈ। ਅਸੀਂ ਤਾਂ ਸਵਾਲ ਹਜੇ ਕਰਦੇ ਹੀ ਹਾਂ, ਉਹਨੂੰ ਸੋਚਦੇ ਵਿਚਾਰਦੇ ਵੀ ਨਹੀਂ, ਤਤਕਾਲ ਹੀ ਉੱਤਰ ਦੇ ਦਿੰਦੇ ਆ। ਇਹਦੇ ਹੁੰਦਾ ਨਾ ਵੀ ਜਦੋਂ ਸਵਾਲ ਕੀਤਾ ਫਿਰ ਸੋਚਣਾ, ਵਿਚਾਰਨਾ, ਫਿਰ ਥੋੜਾ ਸਮਾਂ ਲਾ ਕੇ ਫਿਰ ਜਵਾਬ ਨਹੀਂ, ਤਤਕਾਲ ਹੀ ਸਾਨੂੰ ਜਵਾਬ ਦੇ ਜਾਂਦੇ ਆ ਨਾਲ। ਔਰ ਜਵਾਬ ਵੀ ਐਸਾ ਦਿੰਦੇ ਆ, ਮੁੜ ਕੇ ਸਾਨੂੰ ਸਵਾਲ ਕਰਨਾ ਔਖਾ ਹੋ ਜਾਂਦਾ। ਇਸ ਲਈ ਕੋਈ ਐਸਾ ਤਰੀਕਾ ਨਹੀਂ ਹੈ ਜਿਹਦੇ ਨਾਲ ਨਾਨਕ ਜੀ ਨੂੰ ਝੁਕਾਇਆ ਜਾ ਸਕਦਾ ਹੋਵੇ। ਸੰਗਰ ਬੋਲ ਉਠਿਓ ਸੁਣ ਕੇ ਕਰ ਬਾਤ ਕੋ ਮੈਂ ਤੇ ਰੋਕੇ ਜਾਈ। ਸੰਗਰ ਬੋਲਿਆ, ਇਹ ਚੰਗਰਨਾਥ ਸੀ, ਹੁਣ ਸੰਗਰਨਾਥ ਬੋਲ ਉਠਿਆ। ਕਿਉਂਕਿ ਜਿਹਨੇ ਗੁਰੂ ਨਾਨਕ ਜੀ ਦਾ ਸਨਮੁਖ ਹੋ ਕੇ ਦੀਦਾਰ ਨਹੀਂ ਨਾ ਕੀਤਾ, ਉਹ ਹਉਮੈ ਦੀ ਹੀ ਬੋਲੀ ਬੋਲਦਾ। ਜਿਹਨੇ ਗੁਰੂ ਨਾਨਕ ਸਾਹਿਬ ਜੀ ਦਾ ਦੀਦਾਰ ਕਰ ਲਿਆ, ਉਹ ਹਉਮੈ ਦੀ ਬੋਲੀ ਬੋਲਦਾ ਹੀ ਨਹੀਂ ਹੈ। ਜਿਹਨੇ ਉਹਦੇ ਹੁਕਮ ਨੂੰ ਪਛਾਣ ਲਿਆ, ਸਾਹਿਬ ਜੀ ਕਹਿੰਦੇ ਉਹ ਹਉਮੈ ਦੀ ਬੋਲੀ ਬੋਲ ਹੀ ਨਹੀਂ ਸਕਦਾ। ਹਉਮੈ ਦੀ ਬੋਲੀ ਬੋਲਦਾ ਹੀ ਉਹ ਜਿਹੜਾ ਉਹਦੇ ਹੁਕਮ ਨੂੰ ਨਹੀਂ ਪਛਾਣਦਾ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਜੇ ਹੁਕਮ ਬੁਝ ਲਈਏ ਨਾ ਮਾਲਕ ਦਾ, ਤਾਂ ਹਉਮੈ ਕਹੇ ਨਾ ਕੋਏ, ਫਿਰ ਹਉਮੈ ਵੀ ਬੋਲੀ ਕੋਈ ਨਹੀਂ ਬੋਲੇਗਾ। ਹੁਣ ਜਦੋਂ ਕਹਿੰਦੇ ਇਹ ਆਇਆ ਅੱਗੋਂ, ਫਿਰ ਸੰਗਰਨਾਥ ਬੋਲ ਉੱਠਿਆ ਗੁੱਸੇ ਵਿੱਚ, ਕਹਿੰਦਾ ਗੁਰੂ ਗੋਰਖਨਾਥ ਜੀ ਮੈਨੂੰ ਦਿਓ ਹੁਕਮ, ਮੈਂ ਜਾ ਕੇ ਤੈ ਰੋਕੋ ਜਾਈ, ਮੈਂ ਰੋਕਦਾ ਜਾ ਕੇ। ਦੇਖਦਾ ਉਹ ਕਿਵੇਂ ਨਹੀਂ ਰੁਕਦੇ ਹਨ। ਗੋਰਖ ਆਇਆ ਸਲੇ ਤਬੇ ਕਰ ਰੋਸ ਚਲਿਓ ਕਰ ਕੇ ਟਿਕਤਾਈ। ਗੁੱਸੇ ਨਾਲ ਭਰਿਆ ਹੋਇਆ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਵੱਲ ਨੂੰ ਤੁਰ ਪਿਆ। ਗੋਰਖਨਾਥ ਨੇ ਜਦੋਂ ਆਗਿਆ ਦਿੱਤੀ ਨਾ ਵੀ ਜਾ ਤੂੰ ਵੀ ਜਾ, ਕਹਿੰਦੇ ਗੁੱਸੇ ਨਾਲ ਭਰਿਆ ਹੋਇਆ ਆਉਂਦਾ ਹੈ। ਜੋ ਬਿਨ ਤਾ ਸੁਤ ਕੋ ਚਾਹੇ ਜੀਤਨ ਪੰਗਨ ਬਾਰੀ ਬਾਰ ਸਿਧਾਈ। ਕਹਿੰਦੇ ਇੱਕ ਗਰੁੜੀ ਮੰਤਰ ਹੁੰਦਾ ਨਾ, ਜਿਵੇਂ ਉਹਨੂੰ ਖਤਮ ਕਰਨ ਵਾਸਤੇ ਸੱਪ ਜਿਹੜਾ ਹੈ, ਕਿਉਂਕਿ ਉਹਨੇ ਸੱਪ ਗਰੁੜੀ ਮੰਤਰ ਨੇ ਸੱਪ ਵਸ ਕਰ ਲੈਣਾ, ਤੇ ਜਿਵੇਂ ਸੱਪ ਤੜਪਦਾ ਹੋਇਆ ਆਉਂਦਾ ਨਾ ਵੀ ਇਹ ਗਰੁੜੀ ਮੰਤਰ ਨੂੰ ਖਤਮ ਕਰਨਾ ਹੈ, ਬਸ ਇਸੇ ਤਰ੍ਹਾਂ ਇਹ ਵੀ ਸੱਪ ਦੀ ਤਰ੍ਹਾਂ ਤੜਪਦੇ ਹੋਏ ਜਿਹੜੇ ਨੇ ਅੰਦਰ ਜ਼ਹਿਰ ਭਰੀ ਪਈ ਹੈ ਨਾ ਹੰਕਾਰ ਦੀ, ਇਹ ਵੀ ਤੜਪਦੇ ਹੋਏ ਸੱਪ ਦੀ ਤਰ੍ਹਾਂ ਆਉਂਦੇ ਨੇ। ਤੇ ਜਦੋਂ ਆਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਟਕਰਾ ਕੇ ਠੰਡੇ ਹੋ ਜਾਂਦੇ ਨੇ, ਫਿਰ ਇਹਨਾਂ ਦੀ ਤਪਸ਼ ਅੰਦਰ ਦੀ ਖਤਮ ਹੋ ਜਾਂਦੀ ਹੈ, ਵਿਕਾਰਾਂ ਦੀ ਅਗਨੀ ਬੁਝ ਜਾਂਦੀ ਹੈ। ਇਹ ਗੋਰਖਨਾਥ ਦੇ ਵੱਲੋਂ ਤੜਪਦੇ ਹੋਏ ਗੁੱਸੇ ਨਾਲ ਭਰੇ ਹੋਏ ਆਉਂਦੇ ਹਨ। ਗਏ ਅਗਾਰੀ ਕੋ ਗੁਰ ਗਿਰਾਮਨ ਜੈ ਨਾਮ। ਹੁਣ ਗੁਰੂ ਨਾਨਕ ਸਾਹਿਬ ਜੀ ਕਿੱਥੇ ਬੈਠੇ ਹੋਏ ਨੇ? ਕਹਿੰਦੇ ਗਿਰ ਮੀਨਾ ਨਾਮ ਦੀ ਪਹਾੜੀ ਹੈ।
ਇਸ ਮੀਨਾ ਨਾਮ ਦੀ ਪਹਾੜੀ ਤੇ ਗੁਰੂ ਨਾਨਕ ਸਾਹਿਬ ਬੈਠੇ ਆ, ਜਿੱਥੇ ਇਹ ਚੱਲ ਕੇ ਜੋਗੀ ਆਉਂਦਾ ਹੈ। ਬਸੇ ਆਸਨ ਲਾਏ ਤਗੇ ਖੰਡਨ ਮਨ ਸਦ ਕਾਮ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਬੈਠੇ ਆਸਨ ਲਾਏ, ਗੁਰੂ ਸਾਹਿਬ ਜੀ ਬੈਠੇ ਨੇ ਆਸਨ ਲਾ ਕੇ। ਕਿਉਂ ਬੈਠੇ ਹੋਏ ਨੇ? ਹਨਨ ਮਾਨ ਸਿਧ ਕਾਮ, ਜਿਹੜੇ ਸਿੱਧਾਂ ਵਿੱਚ ਮਾਨ ਹੈ ਨਾ, ਹੰਕਾਰ, ਉਹਨੂੰ ਹਨਨ ਵਾਸਤੇ, ਹੰਕਾਰ ਨੂੰ ਤੋੜਨ ਵਾਸਤੇ, ਹੰਕਾਰ ਨੂੰ ਖਤਮ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਿਰ ਮੀਨਾ ਨਾਮ ਦੀ ਪਹਾੜੀ ਉੱਤੇ ਬੈਠੇ ਹਨ। ਸੰਕਰ ਬੋਲਿਓ ਅਨ ਕੇ ਬਲਾ ਕੇ ਆਦੇਸ਼ ਇਹ ਸੰਗਰਨਾਥ ਆ ਗਿਆ ਤੇ ਆਉਂਦਿਆਂ ਸਾਰ ਕਹਿੰਦਾ ਬਾਲਕ ਆਦੇਸ਼, ਜੋ ਜਿਵੇਂ ਬੁਲਾਉਂਦੇ ਨੇ ਜੋਗੀ, ਆਉਂਦਿਆਂ ਸਾਰ ਹੀ ਕਹਿੰਦਾ ਬਾਲਕ ਆਦੇਸ਼ ਹੈ। ਸੁਨ ਤੂੰ ਸ਼ਨ ਮੁਕਤੇ ਰਗੇ ਮੁਸਕਾਨੇ ਜਗਤੇਸ਼ ਗੁਰੂ ਨਾਨਕ ਸਾਹਿਬ ਜੀ ਬੋਲੇ ਕੋਈ ਨਹੀਂ, ਸਗੋਂ ਮੰਦ ਮੁਸਕਰਾਉਣ ਲੱਗ ਪਏ। ਵੀ ਇੱਕ ਹੋਰ ਆ ਗਿਆ, ਇੱਕ ਜਿਵੇਂ ਸੱਪ ਨਿਕਲ ਕੇ ਆਉਂਦੇ ਨਾ ਤੜਕਦੇ ਹੋਏ, ਇੱਕ ਹੋਰ ਆ ਗਿਆ। ਸਾਹਿਬ ਜੀ ਕਹਿੰਦੇ ਉਹਨੂੰ ਵੇਖ ਕੇ ਮੁਸਕਰਾ ਪਏ। ਰਿਸਮੇ ਸੰਕਰ ਹੋਏ ਅਸ ਬਿਦ ਬਚਨ ਆਲਾਪੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਅੱਗੋਂ ਬੋਲੇ ਨਹੀਂ, ਸਗੋਂ ਮੁਸਕਰਾਏ ਕਿ ਹੋਰ ਜਲ ਵੱਲ ਗਿਆ, ਗੁੱਸਾ ਹੋਰ ਵੱਧ ਗਿਆ ਤੇ ਗੁੱਸੇ ਨਾਲ ਭਰਿਆ ਹੋਇਆ ਬੋਲਦਾ ਹੈ। ਉੱਤਰ ਦੇਤ ਨਾ ਕੋਈ ਮਾਈ ਮੁੰਡਾ ਹਸਤ ਗਏ ਕਹਿੰਦੇ ਉਹ ਮਾਈ ਮੁੰਡਾ ਤੂੰ ਜਵਾਬ ਕੋਈ ਨਹੀਂ ਦਿੰਦਾ, ਹੱਸਦਾ ਹੈ, ਉਲਟਾ ਮੈਨੂੰ ਵੇਖ ਕੇ ਹੱਸਦਾ ਹੈ, ਜਵਾਬ ਕਿਉਂ ਨਹੀਂ ਦਿੱਤਾ ਮੈਨੂੰ? ਇਸ ਤਰ੍ਹਾਂ ਦੇ ਹੁਣ ਇਹਨੇ ਆ ਕੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਤੇ ਅੱਗੋਂ ਗੁਰੂ ਸਾਹਿਬ ਜੀ ਕੀ ਜਵਾਬ ਦੇਣਗੇ? ਹੋਰ ਕੀ ਇੱਥੇ ਚਰਚਾ ਵਿਚਾਰ ਹੋਣੀ ਹੈ ਜਿਹਦੇ ਵਿੱਚ ਇਸ ਜੋਗੀ ਨੇ ਅੰਦਰ ਦਾ ਹੰਕਾਰ ਟੁੱਟਣਾ ਹੈ? ਤੋਂ ਅਗਲੇਰੇ ਪ੍ਰਸੰਗ ਦੇ ਵਿੱਚ ਜਿਵੇਂ ਮਾਲਕ ਜੀ ਸਮਾਂ ਬਖਸ਼ਣਗੇ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਪਰ ਇਤਿਹਾਸ ਇਸ ਪੜ੍ਹਨ ਦਾ ਜਾਂ ਸੁਣਨ ਦਾ ਮਕਸਦ ਇੱਕੋ ਹੀ ਹੈ ਵੀ ਆਪਾਂ ਹੰਕਾਰੀ ਹੋ ਕੇ ਨਹੀਂ ਜਾਣਾ, ਅਸੀਂ ਹੰਕਾਰ ਭਰ ਕੇ ਨਹੀਂ ਆਉਣਾ, ਅਸੀਂ ਹੰਕਾਰ ਨਾਲ ਭਰ ਕੇ ਨਹੀਂ ਜਾਣਾ, ਅਸੀਂ ਗੋਲੇ ਬਣ ਕੇ ਆਉਣਾ ਤੇ ਗੋਲੇ ਬਣ ਕੇ ਹੀ ਜਾਣਾ, ਜਿਹਦੇ ਨਾਲ ਸਾਡੇ ਜੀਵਨ 'ਚ ਸੁੱਖ ਆਨੰਦ ਖੁਸ਼ੀਆਂ ਵਰਤਣਗੀਆਂ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸੁਹੇਲੇ, ਤੁਮ ਹੀ ਸਜਣ ਸਗੇਲੇ, ਤੁਮ ਹੀ ਸਜਣ ਸਗੇਲੇ ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਵਾਹਿਗੁਰੂ 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 ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।